मैं तुहाडा हरजाब तो हरेक मंडे 7 बजे तुसीं ते मैं आपस में गल्लां करांगे साडी कम्यूनिटी दियां, साडे बच्चों दियां, साडे बाहर रहिंदे NRIयां दियां, साडे देश दियां, तो जो अजकल दे इशू हैगे सानू अफेक्ट करदे उन्हां दियां। So let's talk with हरजाब। साਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਟੂ ਦ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਆ ਕਿ ਅੱਜ ਅਸੀਂ ਜੋ ਹੈਗਾ ਤੁਹਾਨੂੰ ਕਮਿਊਨਿਟੀ ਦੀ ਗੱਲਾਂ ਕਰੀ ਦੀਆਂ ਹੈਗੀਆਂ, ਅਤੇ ਕਮਿਊਨਿਟੀ ਦਾ ਇਸ ਤੋਂ ਬੜੀ ਗੱਲ ਕੀ ਹੋ ਸਕਦੀ ਕਿ ਜੋ ਮਹਾਂਮਾਰੀ ਆਈ ਹੋ ਆ ਜਿਹਦਾ ਨਾਂ ਕਰੋਨਾ ਵਾਇਰਸ ਆ, ਉਹਦੇ ਬਾਰੇ ਤੁਹਾਨੂੰ ਐਕਸਪਲੇਨ ਕਰੀਏ ਕਿ UK ਦੇ ਵਿੱਚ ਕੀ ਸਿਚੁਏਸ਼ਨ ਆ ਸੋ ਫਾਰ। ਅਤੇ ਕੱਲ੍ਹ ਜੋ ਅਨਾਊਂਸਮੈਂਟ ਹੋਈ ਤਾਂ ਅੱਜ ਜੋ ਗਾਈਡੈਂਸ ਪਬਲਿਸ਼ ਹੋਈ ਆ ਉਹਦਾ ਮਤਲਬ ਕੀ ਹੋਇਆ ਜੀ। ਕੱਲ੍ਹ ਪਹਿਲਾਂ ਹੋਇਆ ਕੀ ਆ, ਕੱਲ੍ਹ ਇਹ ਹੋਇਆ ਜੀ ਕਿ ਪਾਣੀ ਪੀ ਲਈਏ ਮਾੜੇ ਪਹਿਲਾਂ। ਕੱਲ੍ਹ ਇਹ ਹੋਇਆ ਕਿ 8ਵਾਂ ਹਫ਼ਤਾ ਚੱਲ ਪਿਆ, ਅੱਜ ਲੋਕਡਾਊਨ ਦਾ ਹੈਗਾ ਸੋ 8ਵਾਂ ਹਫ਼ਤਾ ਚੱਲ ਪਿਆ। ਕੱਲ੍ਹ ਬੋਰਿਸ ਜੌਨਸਨ ਨੇ ਜੋ ਸਾਡਾ ਪ੍ਰਧਾਨ ਮੰਤਰੀ ਹੈ ਜੀ, ਉਹਨਾਂ ਅਨਾਊਂਸਮੈਂਟ ਕੀਤੀ ਆ ਕਿ ਜੀ ਇਹ ਲੋਕਡਾਊਨ ਦੇ ਵਿੱਚੋਂ ਅਸੀਂ ਨਿਕਲਣਾ ਕਿੱਦਾਂ, ਨੋਰਮਲ ਲਾਈਫ ਨੂੰ ਅਸੀਂ ਰਿਟਰਨ ਕਿਸ ਤਰ੍ਹਾਂ ਕਰਨਾ, ਕਿਸ ਤਰ੍ਹਾਂ ਨਹੀਂ। ਉਹਦੇ ਵਿੱਚ ਜੀ ਉਹਨੇ ਕਾਫੀ ਜੋ ਕੱਲ੍ਹ ਬਿਆਨ ਗਏ ਕਿ ਆ ਉਹਦੇ ਵਿੱਚ ਤਾਂ ਕੰਫਿਊਜ਼ਨ ਹੀ ਹੋ ਗਈ। ਉਹ ਤਾਂ ਜਿੱਦਾਂ ਪੰਜਾਬੀ ਦਾ ਇੱਕੋ ਹੀ ਲਫ਼ਜ਼ ਆ, ਉਹਦੇ ਵਿੱਚ ਭੰਬਲ ਭੂਸਾ, ਉਹਦੇ ਵਿੱਚ ਭੰਬਲ ਭੂਸੇ 'ਚ ਪਾਤੇ ਸਾਰੇ, ਅਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਹਿ ਕੀ ਰਿਹਾ ਕੀ ਨਹੀਂ। ਵਿੱਚ ਹੀ ਕਹੀ ਜਾਂਦਾ ਸੀ ਤੁਸੀਂ ਬਾਹਰ ਜਾ ਸਕਦੇ ਹਾਂ, ਵਿੱਚ ਹੀ ਕਹੀ ਜਾਂਦੇ ਸੀ ਤੁਸੀਂ ਨਹੀਂ ਜਾ ਸਕਦੇ, ਵਿੱਚ ਹੀ ਕਹੀ ਜਾਂਦਾ ਸੀ ਕਿ ਤੁਸੀਂ ਕੰਮ 'ਤੇ ਜਾ ਸਕਦੇ ਹਾਂ, ਵਿੱਚ ਹੀ ਕਹੀ ਜਾਂਦੇ ਸੀ ਤੁਸੀਂ ਨਹੀਂ ਜਾ ਸਕਦੇ, ਵਿੱਚ ਹੀ ਕਹੀ ਜਾਂਦੇ ਸੀ ਤੁਸੀਂ ਐਕਸਰਸਾਈਜ਼ ਕਰ ਸਕਦੇ ਹਾਂ, ਵਿੱਚ ਹੀ ਕਹਿੰਦੇ ਸੀ ਤੁਸੀਂ ਨਹੀਂ ਕਰ ਸਕਦੇ। ਸੋ ਉਹ ਹੋ ਗਏ ਲੋਕ ਕਾਫੀ ਕੰਫਿਊਜ਼ਡ ਕੱਲ੍ਹ ਤੋਂ। ਆਲਸੋ ਉਹਨਾਂ ਨੇ ਜੋ ਆਪਣਾ ਸਲੋਗਨ ਆ ਉਹ ਵੀ ਚੇਂਜ ਕਰਤਾ। ਅੱਗੇ ਤਾਂ ਸੀਗਾ ਕਿ ਸਟੇ ਹੋਮ, ਪ੍ਰੋਟੈਕਟ ਦੀ NHS, ਸੇਵ ਲਾਈਵਸ। ਹੁਣ ਇਹਨਾਂ ਨੇ ਬਣਾਤਾ ਜੀ ਸਟੇ ਅਲਰਟ ਐਂਡ ਕੰਟਰੋਲ ਦਾ ਵਾਇਰਸ, ਸੇਵ ਲਾਈਵਸ। ਅਤੇ ਲੋਕ ਸੋਚਣ ਹੁਣ ਅਲਰਟ ਕਿੱਦਾਂ ਰਹੀਏ, ਜਿਹੜੀ ਚੀਜ਼ ਦੀਦੀ ਨਹੀਂ ਉਹ ਤੋਂ ਅਲਰਟ ਕਿੱਦਾਂ ਰਹੀਏ ਕਿ ਉਹ ਦੀਦੀ ਨਹੀਂ, ਸੁਣਦੀ ਨਹੀਂ, ਕੀ ਉਹਨੂੰ ਹੁਣ ਉਹ ਇਹ ਤਾਂ ਹੈ ਨਹੀਂ ਕਿ ਉਹ ਚੋਰੀ ਕਰਨ ਆਇਆ ਘਰ, ਕਿ ਉਹ ਤੋਂ ਅਲਰਟ ਰਹੀਏ, ਕੀ ਕਰੀਏ ਅਸੀਂ। ਸੋ ਲੋਕ ਕਾਫੀ ਕੰਫਿਊਜ਼ਡ ਹੋ ਗਏ ਜੀ ਕਿ ਇਹ ਕਹਿੰਦਾ ਕੀ ਆ। ਸੋ ਆਪਣੇ ਲੋਕਾਂ ਨੇ ਬਿਆਨ ਦਿੱਤੇ ਹੋਣੇ ਘਰ 'ਚ। ਸੋ ਅੱਜ ਜੀ ਇਹਨਾਂ ਨੇ 50 ਪੇਜ ਦੀ ਗਾਈਡੈਂਸ ਜੋ ਹੈਗੀ ਆ ਦਿੱਤੀ ਆ ਕਿ ਕੀ ਕਰ ਸਕਦੇ ਕੀ ਨਹੀਂ। ਅਤੇ ਕੱਲ੍ਹ ਜੀ ਇਹ ਕਹਿੰਦੇ ਸੀ ਕਿ ਅੱਜ ਤੋਂ ਲਾਗੂ ਹੋਣੀ ਆ, ਪਰ ਅੱਜ ਕਹਿੰਦੇ ਜੀ ਬੁੱਧਵਾਰ ਤੋਂ ਲਾਗੂ ਹੋਣੇ ਨਵੇਂ ਰੂਲਸ ਜੋ ਹੈਗੇ ਆ। ਸੋ ਤੁਹਾਨੂੰ ਨਵੇਂ ਰੂਲਸ ਜੋ ਹੈਗੇ ਆ ਦੱਸ ਦਈਏ ਕਿ ਕੀ ਆ ਜੀ। ਪਹਿਲਾਂ ਤਾਂ ਜੀ ਇਹਨਾਂ ਨੇ ਇਹ ਕਿਹਾ, ਬੋਰਿਸ ਜੌਨਸਨ ਨੇ, ਕਿ ਜੀ ਜਿਹੜੇ ਬੰਦੇ ਆਪਣਾ ਕੰਮ ਘਰੋਂ ਨਹੀਂ ਕਰ ਸਕਦੇ ਉਹ ਕੰਮ ਤੋਂ ਮੁੜ ਕੇ ਜਾ ਸਕਦੇ ਆ। ਸੋ ਜਿਸ ਤਰ੍ਹਾਂ ਜ਼ਿਆਦਾ ਉਹਨੇ ਇਹ ਐਗਜ਼ਾਮਪਲ ਦਿੱਤਾ ਕਿ ਜਿਹੜੇ ਬਿਲਡਰ ਆ, ਹੁਣ ਬਿਲਡਿੰਗ ਦਾ ਕੰਮ ਤੁਸੀਂ ਘਰੋਂ ਨਹੀਂ ਕਰ ਸਕਦੇ। ਸੋ ਉਹਨਾਂ ਨੇ ਕਿਹਾ ਬਿਲਡਰ ਜਿਹੜੇ ਆ ਇਹ ਕੰਮ 'ਤੇ ਜਾ ਸਕਦੇ ਆ, ਪਰ ਇਹਦੇ ਵਿੱਚ ਸ਼ਰਤਾਂ ਹੈਗੀਆਂ। ਸ਼ਰਤਾਂ ਇਹ ਆ ਕਿ ਮਾਸਕ ਪਾਉਣੇ ਪੈਣੇ ਆ ਉਹਨਾਂ ਨੂੰ, ਜੇ ਕਰਾਊਡਡ ਜਗ੍ਹਾ ਵਿੱਚ ਹੈਗੇ ਆ। ਅਗਲੇ ਤਾਂ ਕੰਮ ਉੱਥੇ ਹੀ ਕਰਨਾ ਚਾਹੀਦਾ ਜਿੱਥੇ ਭੀੜ ਨਾ ਹੋਵੇ। ਜੇ ਕਿਸੇ ਦੇ ਨਾਲ ਉਹ ਕੰਮ ਕਰਦੇ ਆ ਤਾਂ ਘੱਟੋ ਘੱਟ 2 ਮੀਟਰ ਦਾ ਫਾਸਲਾ ਰੱਖਣਾ ਪੈਣਾ ਉਹਨਾਂ ਨੂੰ ਕੰਮ ਵੇਲੇ ਵੀ। ਸੋ ਇਹ ਉਹਨਾਂ ਨੇ ਦਿੱਤੇ ਆ ਰੂਲਸ ਕਿ ਤੁਸੀਂ ਕੰਮ 'ਤੇ ਮੁੜ ਕੇ ਜਾ ਸਕਦੇ ਆ। ਫਿਰ ਇਹਨਾਂ ਨੇ ਇਹ ਕਿਹਾ ਕਿ ਜੇ ਤੁਹਾਨੂੰ ਲਾਜ਼ਮੀ ਨਹੀਂ ਜਾਣਾ ਤਾਂ ਜ਼ਰੂਰੀ ਨਹੀਂ ਕਿ ਤੁਹਾਨੂੰ ਕੰਮ 'ਤੇ ਜਾਣਾ ਪੈਂਦਾ। ਇਹ ਸਿਰਫ ਉਹ ਕੰਮ 'ਤੇ ਜਾਣ ਜਿਹੜੇ ਲੋਕ ਘਰੋਂ ਕੰਮ ਨਹੀਂ ਕਰ ਸਕਦੇ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜਿਹੜਾ ਪਬਲਿਕ ਟਰਾਂਸਪੋਰਟ ਆ, ਮਤਲਬ ਟ੍ਰੇਨਾਂ ਤਾਂ ਬੱਸਾਂ, ਉਹ ਘੱਟੋ ਘੱਟ ਵਰਤ ਹੋਣੀ ਚਾਹੀਦੀ ਆ, ਉਹਦੇ ਵਿੱਚ ਨਹੀਂ ਜਾਣਾ ਚਾਹੀਦਾ। ਜੇ ਅਵੋਇਡ ਕਰ ਸਕਦੇ ਹੋ ਅਵੋਇਡ ਕਰੋ। ਜੇ ਤੁਸੀਂ ਆਪਣੀ ਗੱਡੀ 'ਚ ਕੰਮ 'ਤੇ ਜਾ ਸਕਦੇ ਆ ਤਾਂ ਆਪਣੀ ਕਾਰ 'ਚ ਜਾਓ, ਅਤੇ ਉਹ ਵੀ ਤੁਸੀਂ ਇਕੱਲੇ ਬਹਿ ਕੇ, ਕਿਸੇ ਨੂੰ ਨਾਲ ਨਹੀਂ ਬਿਠਾ ਸਕਦੇ। ਇਹ ਨਹੀਂ ਕਿ ਤੁਸੀਂ 10 ਬੰਦੇ ਨਾਲ ਬਿਠਾ ਲਏ ਜੀ ਆਪਣੇ ਨਾਲ। ਸੋ ਆ ਤੁਹਾਡੇ ਦੇ ਵਿੱਚ ਜੋ ਹੈਗੇ ਆ ਇਹ ਰੂਲਸ ਤੋਂ ਇਹਨਾਂ ਨੇ ਕਿਹਾ। ਹੋਰ ਜੀ ਇਹਨਾਂ ਨੇ ਜੋ ਕਿਹਾ ਆ ਉਹਦੇ ਵਿੱਚ ਕਿ ਮੈਨੂਫੈਕਚਰਿੰਗ ਦੇ ਵਿੱਚ ਜਿਹੜੇ ਲੋਕ ਜੋਬਾਂ ਦੇ ਵਿੱਚ ਹੈਗੇ ਆ, ਮਤਲਬ ਮੈਨੂਫੈਕਚਰਿੰਗ ਦੇ ਵਿੱਚ ਜਿਹੜੀ ਕੋਈ ਚੀਜ਼ ਬਣਾਉਂਦੇ ਆ ਫੈਕਟਰੀਆਂ ਦੇ ਵਿੱਚ, ਅਤੇ ਫੂਡ ਮੈਨੂਫੈਕਚਰਿੰਗ ਦੇ ਵਿੱਚ ਖਾਸ ਤੌਰ 'ਤੇ ਜੋ ਫੂਡ ਦੀ ਤਿਆਰੀ ਕਰਦੇ ਆ ਫੈਕਟਰੀਆਂ ਦੇ ਵਿੱਚ,
ਭਾਵੇਂ ਉਹ ਕੁੱਕੜਾਂ ਦਾ ਬਣਾਉਂਦਾ ਹੋਵੇ, ਭਾਵੇਂ ਜੀ ਉਹ ਗੋਭੀ ਪੈਕੇਜ ਕਰਦੇ ਹੋਣ ਫਾਰਮਾਂ ਦੇ ਵਿੱਚ, ਉਹ ਵਾਪਸ ਜਾ ਸਕਦੇ ਆ। ਇਹ ਜੋ ਸਭ ਵਾਪਸ ਜਾਣ ਦੇ ਕੰਮ 'ਤੇ ਆ ਨਾ, ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਅਸੀਂ ਗਾਈਡੈਂਸ ਪਬਲਿਸ਼ ਕਰਾਂਗੇ, ਐਮਪਲੋਇਰਾਂ ਨੂੰ ਦੱਸਾਂਗੇ ਕਿ ਉਹਨਾਂ ਨੇ ਸੁਰੱਖਿਅਤ ਕਿੱਦਾਂ ਬਣਾਉਣੀ ਹੈ। ਕਿਉਂਕਿ ਤੁਸੀਂ ਕਹੋਗੇ ਹੁਣ ਅਸੀਂ ਫੈਕਟਰੀ 'ਚ ਮੁੜ ਕੇ ਕੰਮ 'ਤੇ ਜਾਵਾਂਗੇ ਤਾਂ ਅਸੀਂ ਮਰਨਾ ਉੱਥੇ 200-400 ਬੰਦਿਆਂ ਦੇ ਵਿੱਚ ਔਰ ਗੱਲ ਤੁਹਾਡੀ ਬਿਲਕੁਲ ਜਾਇਜ਼ ਆ। ਸੋ ਇਹਨਾਂ ਨੇ ਕੱਲ੍ਹ ਕਹਿ ਤਾਂ ਦਿੱਤਾ। ਹੁਣ ਅੱਜ ਜੋ ਕੁਐਸਚਨ ਟਾਈਮ ਹੋਏ ਆ ਲੇਬਰ ਪਾਰਟੀ ਦੇ ਜਿਹੜੇ ਲੀਡਰ ਕੇਅਰ ਸਟਾਰਮਰ, ਉਹਨੇ ਕਿਹਾ ਤੁਸੀਂ ਕਹਿ ਤਾਂ ਦਿੱਤਾ ਪਰ ਤੁਹਾਡੀ ਐਮਪਲੋਇਰਾਂ ਨੂੰ ਤੁਸੀਂ ਕੁਛ ਕਿਹਾ ਹੀ ਨਹੀਂ ਕਿ ਜੀ ਤੁਹਾਨੂੰ ਕੀ ਕਰਨਾ ਪੈਣਾ ਕੀ ਨਹੀਂ। ਅਤੇ ਇਹ ਤੁਸੀਂ ਗਾਈਡੈਂਸ ਕਦੋਂ ਪਬਲਿਸ਼ ਕਰੋਗੇ? ਕਿ ਤੁਸੀਂ ਇਹ ਤਾਂ ਕਹਿ ਤਾ ਕਿ ਬੁੱਧਵਾਰ ਨੂੰ ਕੰਮ 'ਤੇ ਜਾਓ, ਪਰ ਤੁਸੀਂ ਐਮਪਲੋਇਰਾਂ ਨੂੰ ਇਹ ਨਹੀਂ ਦੱਸਿਆ ਕਿ ਜੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ। ਸੋ ਇਹਦਾ ਥੋੜ੍ਹਾ ਜਿਹਾ ਹੁਣ ਰੌਲਾ ਪੈ ਰਿਹਾ ਇਸ ਵੇਲੇ। ਐਮਪਲੋਇਰਾਂ ਨੂੰ ਗਾਈਡੈਂਸ ਮਿਲੇਗੀ ਕਿ ਜੀ ਉਹ ਲੋਕਾਂ ਨੂੰ ਅਲੱਗ ਬਿਠਾ ਲੂਗੇ, ਡੈਸਕ ਇੱਕ ਦੂਜੇ ਤੋਂ ਦੂਰ ਰੱਖੂਗੇ, ਜਾਂ ਹਰ ਐਮਪਲੋਈ ਨੂੰ ਅਲੱਗ ਕਮਰਾ ਦੇਣਗੇ, ਜਾਂ ਕੀ ਔਰ ਕੰਮ 'ਤੇ ਮਾਸਕ ਪਾਉਣਗੇ, ਸੈਨੀਟਾਈਜ਼ਰ ਪ੍ਰੋਵਾਈਡ ਕਰੋਗੇ, ਫੇਸ ਟੂ ਫੇਸ ਕੌਂਟੈਕਟ ਨਹੀਂ ਹੋਏਗਾ। ਇਹ ਸਭ ਗਾਈਡੈਂਸ ਪਬਲਿਸ਼ ਹੋਣਾ ਹੈ ਜੀ ਐਮਪਲੋਇਰਾਂ ਨੂੰ। ਤਾਂ ਐਮਪਲੋਇਰਾਂ ਦੇ ਉੱਤੇ ਆ ਜੀ ਕਿ ਉਹ ਇਹ ਜਗ੍ਹਾ ਤੁਹਾਡੇ ਲਈ ਸਹੀ ਬਣਾਉਣ ਜੋ ਹੈਗਾ ਆ, ਤਾਂ ਤੁਸੀਂ ਕੰਮ 'ਤੇ ਫਿਰ ਜਾਣ ਨੂੰ ਦੇ ਵਿੱਚ ਯੂ ਫੀਲ ਮੋਰ ਸੇਫਰ ਗੋਇੰਗ ਟੂ ਵਰਕ। ਸੋ ਕੰਮ 'ਤੇ ਉਹਨਾਂ ਨੇ ਜਾਣਾ ਜਿਨ੍ਹਾਂ ਦਾ ਕੰਮ ਘਰੋਂ ਨਹੀਂ ਹੋ ਸਕਦਾ, ਜਿਹੜੇ ਦਫ਼ਤਰ ਵਾਲੇ ਆ ਲੋਕ ਕੰਮ ਘਰੋਂ ਕਰਦੇ ਆ। ਸੋ ਦ ਵਰਕ ਫਰੋਮ ਹੋਮ ਕਰੂ, you're still expected to work from home. If you're doing your job from home, say like someone like me is, then you're still expected to stay home and do your job. So really they're looking at ਜਿਹੜੇ construction industry ਆ, food manufacturing people and manufacturers in general, ਜਿਹੜੇ ਹੈਗੇ ਆ ਕਿ ਉਹ ਜਾ ਸਕਦੇ ਆ ਮੁੜ ਕੇ ਕੰਮ 'ਤੇ। ਸੋ ਇਹਦੇ ਵਿੱਚ ਉਹਨਾਂ ਨੇ ਆ ਕਿਹਾ, ਆਹ ਤੁਸੀਂ ਦੇਖ ਲਓ ਕਿ ਇਹਨਾਂ ਦਾ ਨਵਾਂ ਜੋ ਪਲਾਨ ਆ ਪੋਲਿਸੀ, ਆਹ ਦੇਖੋ ਜੀ ਲਿਖਿਆ, ਵੀ ਕੈਨ ਹੈਲਪ ਕੰਟਰੋਲ ਦਾ ਵਾਇਰਸ ਇਫ ਵੀ ਆਲ ਸਟੇ ਅਲਰਟ। ਹੁਣ ਸਟੇ ਅਲਰਟ ਆ ਗਿਆ ਜੀ ਮੋਟੋ ਜੀ। ਸੋ ਉਹਨਾਂ ਨੇ ਕਿਹਾ ਜੀ ਸਟੇ ਐਟ ਹੋਮ ਐਜ਼ ਮੱਚ ਐਜ਼ ਪੋਸੀਬਲ, ਮਤਲਬ ਤੁਸੀਂ ਘਰ ਰਹੋ ਜਿੰਨਾ ਰਹਿ ਹੁੰਦਾ। ਜੇ ਤੁਸੀਂ ਘਰੋਂ ਆਪਣਾ ਕੰਮ ਕਰ ਸਕਦੇ ਹੋ ਤਾਂ ਘਰੋਂ ਹੀ ਕੰਮ ਕਰੋ। ਲੋਕਾਂ ਦੇ ਨਾਲ ਲਿਮਿਟ ਵਿੱਚ ਰਹਿਣਾ, ਤੁਸੀਂ 2-2 ਮੀਟਰ ਦਾ ਫਾਸਲਾ ਘੱਟੋ ਘੱਟ ਲੋਕਾਂ ਨਾਲ ਬਣਾ ਰੱਖਣਾ ਆ। ਸੋ ਜੇ ਤੁਸੀਂ ਬਾਹਰ ਜਾਂਦੇ ਆ ਤਾਂ 2 ਮੀਟਰ ਦਾ ਲਿਖਿਆ ਕਿ ਤੁਸੀਂ ਕਰਨਾ ਹੈ। ਹੱਥ ਧੋਈ ਜਾਣੇ ਆ ਜੀ, ਹੱਥ ਧੋਣ ਨੂੰ ਬਹੁਤ ਕਹਿੰਦੇ ਆ ਕਿ ਹੱਥ ਧੋਓ ਜੀ। ਹਾਂ, ਅਤੇ ਜੇ ਤੁਹਾਡੇ ਕੋਲ ਲੱਗਦਾ ਕਿ ਤੁਹਾਡੇ ਕੋਲ ਕਰੋਨਾ ਵਾਇਰਸ ਆ ਜਾਂ ਤੁਹਾਡੇ ਕਿਸੇ ਘਰ 'ਚ ਕਰੋਨਾ ਵਾਇਰਸ ਕਿਸੇ ਨੂੰ, ਤਾਂ ਉਹਨਾਂ ਨੂੰ ਸੈਲਫ ਆਈਸੋਲੇਟ ਕਰਨਾ ਪੈਣਾ। ਸੈਲਫ ਆਈਸੋਲੇਟ ਦਾ ਮਤਲਬ ਹੁੰਦਾ ਕਿ ਤੁਸੀਂ ਇੱਕ ਕਮਰੇ 'ਚ ਬੰਦ ਰਹੋ, ਜਿੱਦਾਂ ਕੈਦੀ ਹੁੰਦੇ ਆ, ਤਾਂ ਆਪਣੇ ਘਰ ਵਾਲਿਆਂ ਨਾਲ ਕੋਈ ਕੰਟੈਕਟ ਨਹੀਂ ਰੱਖਣਾ। ਤੁਸੀਂ ਬੋਲ ਬਾਲ ਸਕਦੇ ਆ ਡੋਰ ਦੇ ਵਿੱਚੋਂ, ਪਰ ਉਹਨਾਂ ਨਾਲ ਫਿਜ਼ੀਕਲ ਕੰਟੈਕਟ ਬਿਲਕੁਲ ਨਹੀਂ ਰੱਖਣਾ ਉਹਨਾਂ ਦੇ ਵਿੱਚ। ਹਾਂਜੀ, ਸੋ ਹੁਣ ਪਬਲਿਕ ਟਰਾਂਸਪੋਰਟ ਬੱਸਾਂ 'ਤੇ ਟ੍ਰੇਨਾਂ 'ਤੇ ਜਾਣਾ ਤਕਰੀਬਨ ਮਨਾ ਹੀ ਆ ਹਾਲੇ ਵੀ। ਇਹ ਕਹਿੰਦੇ ਜੇ ਤੁਸੀਂ ਸਾਈਕਲ ਚਲਾ ਕੇ ਕੰਮ 'ਤੇ ਜਾ ਸਕਦੇ ਆ ਤਾਂ ਜਾਓ, ਉਹਦੇ ਵਿੱਚ ਵੀ ਫਾਇਦਾ ਆ। ਜਾਂ ਆਪਣੀ ਗੱਡੀ 'ਚ ਜਾਓ, ਕਾਰ 'ਚ ਜਾਓ, ਅਲੱਗ ਜਾਓ। ਜਿੱਥੇ ਰਸ਼ ਹੋਵੇ, ਮਤਲਬ ਅੰਡਰਗਰਾਊਂਡ ਹੋਵੇ, ਟਿਊਬ ਹੋਵੇ, ਬੱਸ ਹੋਵੇ, ਉੱਥੇ ਜਾਣਾ ਨਹੀਂ ਚਾਹੀਦਾ। ਯੂ ਸ਼ੁੱਡ ਅਵੋਇਡ ਦੈਟ। ਜੇ ਤੁਹਾਨੂੰ ਬੱਸ 'ਤੇ ਜਾਣਾ ਹੀ ਪਿਆ ਜਾਂ ਟ੍ਰੇਨ 'ਤੇ ਜਾਣਾ ਹੀ ਪਿਆ ਤਾਂ ਤੁਹਾਨੂੰ ਮਾਸਕ ਪਾਉਣਾ ਪੈਣਾ। ਸੋ ਤੁਸੀਂ ਮਾਸਕ ਖਰੀਦ ਕੇ ਮਾਸਕ ਪਾ ਕੇ ਬਾਹਰ ਜਾਓ, ਤਾਂ ਕਿ ਘੱਟੋ ਘੱਟ ਤੁਸੀਂ ਆਪਣੇ ਆਪ ਨੂੰ ਜਿੰਨਾ ਕੁ ਵੀ ਆਪਣਾ ਬਚਾਅ ਹੁੰਦਾ ਤੁਸੀਂ ਬਚਾਅ ਕਰ ਸਕਦੇ ਹੋ। ਗਲਵ ਵੀ ਪਾ ਸਕਦੇ ਹਾਂ, ਗਲਵ ਵੀ ਪਾ ਕੇ ਜਾਓ। ਸੋ ਇਹਦਾ ਜੋ ਹੁੰਦਾ, ਇਹਦਾ 2 ਫਾਇਦੇ ਹੁੰਦੇ ਆ। ਇੱਕ ਤਾਂ ਹਾਲੇ ਇੰਨਾ ਪ੍ਰੂਵਨ ਨਹੀਂ ਹੈਗਾ, ਬਟ ਫਿਰ ਵੀ ਕਿ ਤੁਹਾਡੇ ਏਅਰ ਫਿਲਟਰ ਹੁੰਦੀ ਆ, ਤੁਸੀਂ ਬਰੀਥ ਕਰਦੇ ਆ। ਦੂਜੀ ਕਿ ਜਿਹੜੀ ਤੁਸੀਂ ਬਾਹਰ ਸਾਹ ਕੱਢਦੇ ਆ ਉਹ ਬਚ ਜਾਂਦੀ, ਉਹ ਕਿਸੇ ਨੂੰ ਨਹੀਂ ਲੱਗਦੀ। ਸੋ ਮਾਸਕ ਪਾਉਣ ਦਾ ਹੀ ਆਹ ਫਾਇਦਾ ਆ ਜੇ ਤੁਹਾਨੂੰ ਬਾਹਰ ਜਾਣਾ ਪਿਆ ਤਾਂ। ਓਕੇ, ਸੋ ਵਰਕ ਪਲੇਸਾਂ ਨੂੰ ਇਹਨਾਂ ਨੇ ਇਹ ਜ਼ਿਆਦਾ ਕਿਹਾ ਸੀ ਕਿ ਦੈਟਸ ਵਾਟ ਯੂ ਸ਼ੁੱਡ ਬੀ ਲੁਕਿੰਗ ਟੂ ਗੋ ਟੂ ਵਰਕ ਜੇ ਤੁਹਾਡਾ ਕੰਮ ਘਰੋਂ ਨਹੀਂ ਹੁੰਦਾ। ਸੋ ਦੈਟਸ ਜਿੰਨੇ ਸਾਡੇ ਬਿਲਡਰ ਭਰਾ ਆ, ਹਾਂ ਤੁਸੀਂ ਕੰਮ 'ਤੇ ਜਾ ਸਕਦੇ ਜੇ ਤੁਸੀਂ ਇੱਕ ਕੋਈ ਕੰਮ 'ਤੇ ਲੱਗਾ ਹੈ, ਤੁਸੀਂ ਤੁਹਾਡਾ ਇੱਕ ਦਾ ਕੰਮ ਇਹ ਨਹੀਂ। ਹੁਣ ਜਿੱਥੇ ਤੁਸੀਂ ਲੋਕਾਂ ਨੂੰ ਮਿਲਣਾ, ਇੰਟਰੈਕਟ ਕਰਨਾ, ਉੱਥੇ ਜਾਣਾ ਤੁਹਾਨੂੰ ਐਡਵਾਈਜ਼ ਨਹੀਂ ਕੀਤਾ ਇਹਨਾਂ ਨੇ। ਪਰ ਜੇ ਤੁਸੀਂ ਹੁਣ ਕਿਤੇ ਬਿਲਡਿੰਗ ਸਾਈਟ 'ਤੇ ਕੰਮ ਕਰਦੇ ਤਾਂ ਤੁਹਾਡਾ ਸੈਕਸ਼ਨ ਅਲੱਗ ਆ,
ਤੁਸੀਂ ਉੱਥੇ ਕਰ ਸਕਦੇ ਆ। ਵੈਨਾਂ 'ਚ ਤੁਸੀਂ ਬੰਦੇ ਵੀ ਨਹੀਂ ਬਿਠਾ ਸਕਦੇ, ਸੋ ਉਹ ਵੀ ਨਹੀਂ ਬਿਠਾ ਸਕਦੇ ਤੁਸੀਂ ਵੈਨਾਂ 'ਚ, ਕਾਰਾਂ 'ਚ। ਹਰ ਬੰਦੇ ਨੂੰ ਅਲੱਗ ਅਲੱਗ ਆਪਣਾ ਉੱਥੇ ਪਹੁੰਚਣਾ ਪੈਣਾ ਤਰੀਕੇ ਦੇ ਨਾਲ, ਅਲੱਗ ਅਲੱਗ ਆਪਣੀ ਕਾਰ 'ਚ। ਇਹ ਸਭ ਬੁੱਧਵਾਰ ਨੂੰ ਲਾਗੂ ਆ। ਸੋ ਯੂ ਕਾਂਟ ਡੂ ਇਟ ਟੁਡੇ, ਯੂ ਕਾਂਟ ਡੂ ਇਟ ਟੁਮਾਰੋ। ਬੁੱਧਵਾਰ ਨੂੰ ਕਰ ਸਕਦੇ ਆ, ਰਾਈਟ। ਸੋ ਹੋਰ ਕੀ ਕਰ ਸਕਦੇ ਹਾਂ ਜੀ ਅਸੀਂ? ਹੋਰ ਜੀ ਤੁਸੀਂ ਬਾਹਰ ਜਾ ਸਕਦੇ ਹਾਂ। ਤੁਸੀਂ ਬਾਹਰ ਜਾ ਸਕਦੇ ਹਾਂ, ਬਾਹਰ ਇਹ ਨਹੀਂ ਕਿ ਤੁਸੀਂ ਮੇਲਿਆਂ ਨੂੰ ਜਾਓ ਜਾ ਕੇ। ਬਾਹਰ ਦਾ ਮਤਲਬ ਇਹਨਾਂ ਦਾ ਇਹ ਆ ਕਿ ਤੁਸੀਂ ਖੁੱਲ੍ਹੀ ਜਗ੍ਹਾ ਜਿੱਥੇ ਹੈਗੀ ਆ, ਜਿੱਥੇ ਹੋਰ ਕੋਈ ਨਾ ਹੋਵੇ। ਫਰਜ਼ ਕਰੋ ਜਿੱਦਾਂ ਪਹਾੜੀਆਂ ਵੱਲ ਹੁੰਦਾ, ਖੇਤਾਂ 'ਚ ਹੁੰਦਾ, ਜਾਂ ਪਿੰਡ ਵੱਲ ਖੂਹ ਵੱਲ ਨਹੀਂ ਜਾਈਦਾ ਤਾਂ ਉੱਥੇ ਕੋਈ ਹੁੰਦਾ ਨਹੀਂ ਮੋਟਰ 'ਤੇ, ਤਾਂ ਇੱਦਾਂ ਦੀ ਜਗ੍ਹਾ ਤੁਸੀਂ ਲੱਭ ਸਕਦੇ ਹੋ ਜਿੱਥੇ ਤੁਸੀਂ ਜਾ ਕੇ ਫਿਰ ਤੁਰ ਸਕਦੇ ਆ। ਜਿੱਥੇ ਜ਼ਿਆਦਾ ਲੋਕਾਂ ਦੀ ਭੀੜ ਹੋਵੇ ਉੱਥੇ ਨਹੀਂ ਜਾ ਸਕਦੇ ਤੁਸੀਂ। ਸੋ ਯੂ ਕੈਨ ਗੋ ਆਊਟਡੋਰਸ, ਬਟ outdoors means outdoors where there's not a rush and there's not generally a lot of people there. So ਜਿੱਦਾਂ ਹੁਣ ਤੁਸੀਂ ਦੇਖਦੇ ਆ ਕਿ ਬੀਚ 'ਤੇ ਪਾਰਕਾਂ 'ਤੇ ਲੋਕ ਇੰਨੇ ਇਕੱਠੇ ਹੁੰਦੇ, ਉਹ ਕੰਮ ਨਹੀਂ ਕਰ ਸਕਦੇ। ਨਾ ਤੁਸੀਂ ਬਾਰਬਿਕਿਊ ਰੱਖ ਸਕਦੇ ਆ, ਨਾ ਤੁਸੀਂ ਸਟਰੀਟ ਪਾਰਟੀਆਂ ਰੱਖ ਸਕਦੇ ਆ, ਨਾ ਤੁਸੀਂ ਭੰਗੜੇ ਪਾ ਸਕਦੇ ਆ, ਨਾ ਤੁਸੀਂ ਵਿਆਹ ਸ਼ਾਦੀ ਰੱਖ ਸਕਦੇ ਆ, ਨਾ ਤੁਸੀਂ ਇਕੱਠ ਰੱਖ ਸਕਦੇ ਆ ਕਿਸੇ ਕਿਸਮ ਦਾ, ਨਾ ਲੇਡੀ ਸੰਗੀਤ ਰੱਖ ਸਕਦੇ ਆ। ਸੋ ਉਹ ਜਗ੍ਹਾ ਸਭ ਮਨਾ ਆ। ਜਿੱਥੇ ਵੀ ਤੁਸੀਂ ਜਾ ਸਕਦੇ ਹੋ ਤੁਸੀਂ ਆਪਣੀ ਮੈਂਟਲ ਹੈਲਥ ਲਈ, ਕਿਉਂਕਿ ਲੋਕ ਘਰ ਬੈਠੇ ਬੈਠੇ ਥੋੜ੍ਹੇ ਕਮਲੇ ਹੋਣ ਲੱਗ ਪਏ ਅਤੇ ਪਰੇਸ਼ਾਨ ਹੋਣ ਲੱਗ ਪਏ, ਤਾਂ ਤੁਸੀਂ ਬਾਹਰ ਜਾ ਸਕਦੇ ਖੁੱਲ੍ਹੀ ਹਵਾ ਲੈਣ। ਮਤਲਬ ਕਿਤੇ ਖੇਤ ਵੱਲ ਚੱਲ ਜਾਓ, ਤੁਸੀਂ ਵੋਕ ਲਈ ਜਾ ਸਕਦੇ ਆ। ਐਕਸਰਸਾਈਜ਼ ਤੁਸੀਂ ਜਿੰਨੀ ਮਰਜ਼ੀ ਕਰ ਸਕਦੇ ਕਹਿੰਦੇ। ਸੋ ਵੋਕ ਲਈ ਅੱਗੇ ਇੱਕ ਵਾਰੀ ਕਹਿੰਦੇ ਸੀ ਨਾ ਦਿਹਾੜੀ 'ਤੇ ਜਾ ਸਕਦੇ, ਹੁਣ ਕਹਿੰਦੇ ਭਾਵੇਂ ਸਾਰੀ ਦਿਹਾੜੀ ਤੁਸੀਂ ਵੋਕ ਕਰੀ ਜਾਓ, ਪਰ ਤੁਸੀਂ ਹਰ ਇੱਕ ਬੰਦੇ ਨਾਲ 2 ਮੀਟਰ ਦੀ ਫਾਸਲਾ ਰੱਖਣਾ। ਤੁਸੀਂ ਜੋ ਆਪਣੇ ਘਰ ਦੇ ਬੰਦੇ ਆ ਉਹਨਾਂ ਨਾਲ ਤੁਸੀਂ ਤੁਰ ਸਕਦੇ ਆ, ਫਿਰ ਵੀ 2 ਮੀਟਰ ਦਾ ਫਾਸਲਾ ਤੁਸੀਂ ਰੱਖਣ ਦੀ ਕੋਸ਼ਿਸ਼ ਕਰੋ ਸਾਰਿਆਂ ਤੋਂ। ਕਿਸੇ ਨੂੰ ਰੋਕ ਕੇ ਬਹਿ ਕੇ ਗੱਲ ਨਹੀਂ ਕਰਨੀ। ਸੋ ਜੇ ਕਿਸੇ ਨਾਲ ਗੱਲ ਕਰਨੀ ਆ ਤਾਂ ਤੁਹਾਨੂੰ ਸਿਰਫ ਇੱਕ ਬੰਦੇ ਨਾਲ ਅਲਾਉਡ ਹੈਗੀ ਆ ਕਿ ਤੁਸੀਂ ਗੱਲ ਕਰ ਸਕਦੇ ਆ, ਜੋ ਤੁਹਾਡਾ ਘਰ ਦਾ ਬੰਦਾ ਨਾ ਹੋਵੇ, ਉਹ ਵੀ 2 ਮੀਟਰ ਦਾ ਫਾਸਲਾ ਰੱਖ ਕੇ। ਉਹ ਮੈਂ ਤੁਹਾਨੂੰ ਐਗਜ਼ਾਮਪਲ ਕੀਤਾ ਦਿੰਦਾ। ਫਰਜ਼ ਹੈਗਾ ਕਿ ਜੀ ਸਵਰਨੋ ਤਾਂ ਦੇਬੋ ਗੁਆਂਢਣਾ ਆ, ਹੈ ਨਾ, ਤਾਂ ਇੱਧਰ ਜੀਤੋ ਆ, ਆਹ ਸਵਰਨੋ ਆ, ਆਹ ਦੇਬੋ ਆ, ਆਹ ਜੀਤੋ ਆ। ਸੋ ਸਵਰਨੋ ਆਪਣੇ ਗਾਰਡਨ 'ਚ ਆ ਸਕਦੀ ਮੂਹਰੇ ਫਰੰਟ 'ਚ, ਅਤੇ ਦੇਬੋ ਨਾਲ ਗੱਲ ਕਰ ਸਕਦੀ ਐਜ਼ ਲੌਂਗ ਐਜ਼ ਦੇਬੋ 2 ਮੀਟਰ ਦੂਰ ਰਵੇ। ਇਹ ਨਹੀਂ ਕਿ ਹੁਣ ਇੱਕ ਦੂਜੇ ਦੇ ਘਰ ਆ ਕੇ ਮੱਠੀਆਂ ਖਾਓ, ਪਿੰਨੀਆਂ ਖਾਓ, ਜੀ ਤੂੰ ਬਣਾ ਦੇ ਮੇਰੇ ਨਾਲ ਲੱਡੂ ਬਣਾ ਦੇ, ਪਕੌੜੇ ਤਲ ਦੇ, ਕਿੱਦਾਂ ਭੈਣੇ ਕਿੱਦਾਂ, ਉਹ ਕੰਮ ਨਹੀਂ ਹੋਣਾ ਹਾਲੇ। ਸੋ ਤੁਸੀਂ ਫਾਸਲਾ ਰੱਖ ਕੇ ਗਾਰਡਨ ਦੀ ਕੰਧ ਦੇ ਓਵਰ ਗੱਲਾਂ ਕਰ ਸਕਦੇ ਆ। ਗਾਰਡਨ 'ਚ ਆਪਣੇ ਕੁਰਸੀ ਡਾਲੋ, ਉਹ ਡਾਹ ਲਵੇ ਤਾਂ ਤੁਸੀਂ ਗੱਲ ਕਰ ਸਕਦੇ ਆ, ਉਹਦੇ ਨਾਲ ਤੁਸੀਂ ਗੱਲ ਕਰ ਸਕਦੇ ਆ। ਸੋ ਗੱਲ ਕਰ ਸਕਦੇ ਆ 2 ਮੀਟਰ ਦੇ ਫਾਸਲੇ 'ਤੇ। ਹੁਣ 2 ਮੀਟਰ ਦੇ ਫਾਸਲੇ 'ਤੇ ਤਾਂ ਪਹਿਲਾਂ ਤਾਂ ਜਿਹੜੀ ਉੱਦਾਂ ਹੀ ਕੰਨ ਕਮਜ਼ੋਰ ਆ ਸਾਡੇ ਵਰਗਿਆਂ ਦੇ, ਉੱਦਾਂ ਹੀ ਨਹੀਂ ਗੱਲ ਸੁਣਦੀ ਜੇ ਹੋ ਕੀ ਰਿਹਾ ਆ, ਬਟ ਉਹਦੇ ਨਾਲ ਤਾਂ ਫੋਨ ਹੀ ਕਰ ਲਓ। ਬਟ ਫਿਰ ਵੀ ਉਹ ਕਹਿੰਦੇ ਇੱਕ ਦੂਜੇ ਦੇ ਤੁਸੀਂ ਚਿਹਰੇ ਦੇਖ ਸਕਦੇ ਆ। ਇਹ ਲੋਕਾਂ ਲਈ ਜ਼ਿਆਦਾ ਕਿਹਨਾਂ ਲਈ ਆ ਇਹ ਜੀ? ਕੀ ਇੱਦਾਂ ਕਿ ਕਈ ਲੋਕ ਆਪਣੇ ਮਾਪੇ ਨੂੰ ਵੀ ਨਹੀਂ ਦੇਖਣਗੇ ਸਿਵਾਏ WhatsApp 'ਤੇ ਵਗੈਰਾ। So you can go and meet your mum and dads now as long as you stay 2 meters away from them. Right, this is important. ਇੱਕ ਦੂਜੇ ਦੇ ਘਰ ਨਹੀਂ ਜਾ ਸਕਦੇ ਅੰਦਰ। So you can't go into your mum and dad's and do her washing for her, ਜਾਂ ਤੁਸੀਂ ਕੱਪੜੇ ਧੋ ਦਿਓ ਜਾਂ ਇੱਦਾਂ ਜੋ ਵੀ ਆ। You can stand outside the house 2 meters away. So you can stand on the pavement, your mum can stand at the door, and you can do that. ਇੱਦਾਂ ਤੁਸੀਂ ਗੱਲ ਕਰ ਸਕਦੇ ਆ, ਪਰ ਤੁਹਾਨੂੰ ਇੱਕ ਦੂਜੇ ਦੇ ਘਰਾਂ ਦੀ ਜਾਣ ਦੀ ਇਜਾਜ਼ਤ ਨਹੀਂ ਹੈਗੀ। ਓਕੇ, ਸੋ ਕਿੰਨੀ ਕੁ ਦੂਰ ਅਸੀਂ ਜਾ ਸਕਦੇ ਹਾਂ ਟਰੈਵਲਿੰਗ ਵਾਈਜ਼? ਗੱਡੀ 'ਚ ਬਹਿ ਕੇ ਜੀ ਤੁਸੀਂ ਜਿੰਨੀ ਦੂਰ ਜਾਣਾ ਜਾ ਲਓ, ਰਾਈਟ। ਤੁਸੀਂ ਸਕਾਟਲੈਂਡ ਵੱਲ ਡਿਫਰੈਂਟ ਰੂਲਸ ਆ, ਵੇਲਸ ਵੱਲ ਡਿਫਰੈਂਟ ਰੂਲਸ ਆ, ਕਿ ਉਹਨਾਂ ਨੇ ਇਹ ਰੂਲਾਂ ਨੂੰ ਅਪਣਾਇਆ ਨਹੀਂ, ਉਹ ਥੋੜ੍ਹੇ ਹਲੇ ਸਖਤੀ 'ਚ ਆ। ਪਰ ਤੁਸੀਂ ਜੇ ਚਾਹੁੰਦੇ ਆ ਲੰਡਨੋਂ ਬਰਮਿੰਘਮ ਜਾ ਸਕਦੇ ਆ ਕਿਸੇ ਨੂੰ ਦੇਖਣ, ਪਰ ਉਹਨਾਂ ਦੇ ਘਰ ਨਹੀਂ ਜਾ ਸਕਦੇ ਅੰਦਰ। ਤੇ ਤੁਸੀਂ ਸੋਚਣਾ ਅਸੀਂ ਐਵੇਂ ਹੀ 100 ਪਾਉਂਡ ਦਾ ਤੇਲ ਖਰਚਣਾ, ਵਿਚ ਇਜ਼ ਗੁੱਡ ਥਿੰਕਿੰਗ, ਪਰ ਤੇਲ ਸਸਤਾ ਵੀ ਹੋ ਗਿਆ, ਪਹਿਲੀ ਵਾਰੀ ਪਾਉਂਡ ਤੋਂ ਥੱਲੇ ਆਇਆ। ਬਟ ਜੇ ਤੁਸੀਂ ਦੇਖਣਾ ਹੀ ਆ, ਫਰਜ਼ ਕਰੋ ਯੂ ਵਾਂਟ ਟੂ ਗੋ ਐਂਡ ਸੀ ਯੋਰ ਮਮ, ਐਂਡ ਆਈ ਅੰਡਰਸਟੈਂਡ, ਤੁਸੀਂ ਆਪਣੇ ਡੈਡੀ ਨੂੰ ਮਿਲਣਾ,
ज़्यादा लड़कियां तो काफ़ी गल टुकदी है क्यों हुण वो विआहियां किते आ फर्ज करो कोई कुड़ी बर्मिंघम विआही हो तो ਉਹਦੀ ਮੰਮੀ ग्रेजन रहिंदी है एंड सिवाय ऑन WhatsApp ते देखिया नहीं एंड यू जस्ट वांट टू गो एंड सी her, that's fine, you can go and see her, as long as you won't be able to, you can go for a walk with her, but as long as you keep your distance of 2 meters. So ਜੱਫੀਆਂ नहीं पा सकते तुसीं, पप्पियां नहीं लै सकते, no पप्पी no जप्फी, हाँ, only talkie and walkie, हाथ फॉर्मूला थोड़े चेते रखियो। ਤੁਸੀਂ कहना यार की किदां दे रूल है, हुण मैं नहीं बनाए जी रूल, ये जिद्दां दे हैगे तुहानूं दस्सण दिया, मैं तो कल दा आप कंफ्यूज होया है। हाँ देख लो की कर सकते की नहीं। ओके एक्सरसाइज का कहता तुसीं जिन्ना मर्जी करो, सो पार्क में जाके तुसीं डंड बैठकां जिन्नियां मर्जी कड्डो जी, यू कांट गो इन द प्ले ग्राउंड एरियाज, जिद्दां निआणिਆਂ ਦੇ प्ले ग्राउंड एरियाज आ ਉਹਦੇ ਵਿੱਚ नहीं जा सकते, जाओ ਜਿਹੜੇ ਜਿੰਮਾਂ ਬਣੀਆਂ ਹੁੰਦੀਆਂ ਪਾਰਕਾਂ ਦੇ ਵਿੱਚ ਮਸ਼ੀਨਾਂ ਉਹਨਾਂ 'ਤੇ ਵੀ नहीं जा सकते, ਬਿਕੋਜ਼ ਉਹਨਾਂ 'ਤੇ ਲੋਕਾਂ ਦੀ ਵਾਇਰਸ ਲੱਗੀ ਹੁੰਦੀ ਆ, ਚਾਂਸਿਸ ਹੈਗੇ ਆ, ਸੋ ਯੂ ਡੋਂਟ ਯੂਜ਼ ਦੈਟ। ਉੱਦਾਂ ਤੁਸੀਂ ਤੁਰਨ ਨੂੰ ਜਿੱਦਾਂ ਮਰਜ਼ੀ ਤੁਰ ਸਕਦੇ ਆ, ਪਰ ਪਾਰਕ 'ਚ ਕਾਫੀ ਲੋਕ ਹੋਣੇ ਆ, ਸੋ 2 ਮੀਟਰ ਦਾ ਗੈਪ ਤੁਸੀਂ ਉਹ ਰੱਖਣਾ ਹੀ ਆ। ਟੈਨਿਸ ਵੀ ਖੇਡ ਸਕਦੇ ਜੀ ਤੁਸੀਂ, ਬਿਕੋਜ਼ ਉਹਦੇ ਵਿੱਚ ਫਾਸਲਾ ਹੁੰਦਾ, ਯੂ ਕੈਨ ਗੋ ਔਨ ਅ ਬਾਸਕਟਬਾਲ ਕੋਰਟ ਐਜ਼ ਵੈਲ। Right? Obviously, I wouldn't suggest playing basketball because it's a close contact game. What else can you do? Golf खेल सकते हैं। So आ चीज़ां तुसी कर सकते हैं जिहदे विच फासले वालियां गेमां हैगियां। गार्डन सेंटर भी तुसी जा सकते हैं, क्योंकि गार्डन सेंटरां नूं सारी गाइडेंस इन्हां ने दित्ती कि लोकां नूं 2 मीटर अलग तुसी रखना है। सो गार्डन सेंटर भी खुल रहे हैं ताकि लोग उत्थों अपने बी बू जो भी आ लैके आउणा, फुੱਲ ला के अपने बूटे ला सकते हैं। राइट, सो थोड़े साह लै लीए, फिर तुहानूं दस देनी किहड़ी चीज़ां तुसीं नहीं कर सकते, फिर काम बारे भी गल करांगे कि जे तुसीं कंफर्टेबल नहीं कि काम जाण नूं की कर सकते की नहीं। बाकी होर कुछ तुहानूं गाइडेंस दूंगा ये किद्दां वायरस तुहानूं अफेक्ट कर रही किद्दां नहीं, तो बाकी बोरिस साहब की कहिंदे आ उन्हां दा भी दसूँगा, पर ये सब गल्लां हो गईयां ब्रेक तो बाद। The hottest Black Friday offer is with Leica Mobile. You get a whopping 50% off when you buy UK Plan Mega this weekend. 40 gigabytes of data, unlimited UK minutes and texts, and 100 international minutes for just £10 this weekend. It's Black Friday madness from Leica Mobile. 50% off should not be missed. Visit leicamobile.co.uk for details. Offer is valid to new customers who shop online between 28th of November and 2nd of December 2019. Leica Mobile. Air India introduces additional flights from London Heathrow to Mumbai and a new direct flight from London Stansted to Mumbai from 14th February 2020. Fly in luxury on Air India Dreamliner with extra legroom in economy and flatbeds in business class. For attractive fares, contact your travel agent now or visit airindia.in. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਗੁਰਦੁਆਰਾ ਮੀਰੀ ਪੀਰ ਸਾਹਿਬ ਵੱਲੋਂ ਜਿਹੜਾ ਵੀ ਪ੍ਰੋਗਰਾਮ ਅਸੀਂ ਸੋਮਵਾਰ 9:15 ਤੋਂ 10:15 ਔਰ ਸ਼ੁੱਕਰਵਾਰ 8:30 ਤੋਂ 9:30 ਅਸੀਂ ਪੰਥ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਦਿੰਦੇ ਹਾਂ, ਉਸ ਵਿੱਚ ਅਸੀਂ ਵੀ ਚਾਹੁੰਦੇ ਹਾਂ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਕਰਨ। MATV ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦਾ ਹੈ, ਔਰ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਬਿਲਕੁਲ ਸੱਚ ਤੇ ਆਧਾਰਿਤ ਹੈ, ਸੱਚ ਦੀ ਆਵਾਜ਼ ਬਣਦਾ ਹੈ, ਔਰ ਇੱਦਾਂ ਸੱਚ ਦੀ ਆਵਾਜ਼ 'ਚ ਪਹਿਰਾ ਦੇਣਾ ਕੋਈ ਸੌਖੀ ਗੱਲ ਨਹੀਂ ਹੈ। ਸਾਨੂੰ ਸੰਗਤਾਂ ਦਾ ਸਾਥ ਚਾਹੀਦਾ ਹੈ, ਅਸੀਂ ਸੰਗਤਾਂ ਦੇ ਨਾਲ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हेस्टन हाइड वेस्ट लंदन के सबसे शानदार होटल्स में से एक, with 303 air conditioned rooms and suites, one of the largest banquet spaces in London, meeting room for up to 1200 people, conferences, musical function, weddings या कोई भी गैदरिंग, मनपसंद भोजन, शानदार आयोजन और बेहतरीन वेन्यू, 400 गाड़ियों की पार्किंग के साथ। Heston Hyde. For bookings, call 0208 572 1818. ਮੈਂ ਤੁਹਾਡਾ ਹਰਜਾਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਟੂ ਸ਼ੋ। ਗੱਲ ਤੁਹਾਨੂੰ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਡਾਊਨ ਦਾ ਮੈਂ ਐਕਸਪਲੇਨ ਕਰਾਂ ਜੀ, ਕਿ ਜੀ
ਕੀ ਹੋ ਰਿਹਾ ਕੀ ਨਹੀਂ, ਤੇ ਕਿਉਂਕਿ ਕਾਫੀ ਰੌਲਾ ਪੈ ਰਿਹਾ ਔਰ ਪੰਜਾਬੀ 'ਚ ਕੋਸ਼ਿਸ਼ ਕਰ ਰਿਹਾ ਤੁਹਾਨੂੰ ਐਕਸਪਲੇਨ ਕਰਨਾ, bit of English as well explaining ਜੀ। ਇਹ 3 ਫੇਜ਼ ਇਹਨਾਂ ਨੇ ਬਣਾਏ ਆ ਕਿ ਮਈ, ਜੂਨ, ਜੁਲਾਈ, ਕਿ ਉਹਦੇ ਵਿੱਚ ਅਲੱਗ-ਅਲੱਗ ਇਹਨਾਂ ਨੇ ਐਕਸ਼ਨ ਕਰਨੇ ਆ ਲੋਕਡਾਊਨ ਨੂੰ ਈਜ਼ ਕਰਨ ਲਈ। ਸੋ ਜਿਹੜੇ ਮੈਂ ਤੁਹਾਨੂੰ ਹੁਣ ਫੇਜ਼ ਦੱਸ ਰਿਹਾ ਜੀ, ਜਾਂ ਦੱਸੇ ਸੀ ਪਹਿਲੇ ਸੈਕਸ਼ਨ ਵਿੱਚ, ਉਹ ਬੁੱਧਵਾਰ ਤੋਂ ਸ਼ੁਰੂ ਹੋਣਾ ਆ। ਕੁਛ ਜੂਨ ਤੋਂ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਜੀ, ਕੁਛ ਜੁਲਾਈ ਤੋਂ ਸ਼ੁਰੂ ਕਰਨੀ ਹੈ ਇਹਨਾਂ ਨੇ ਕਰਨ ਦੀ। ਇਸ ਵੇਲੇ ਬੁੱਧਵਾਰ ਤੋਂ ਬਾਅਦ ਕੀ ਹੱਲੇ ਕਰ ਸਕਦੇ ਹਾਂ ਕੀ ਨਹੀਂ, ਤੁਹਾਨੂੰ ਕੀ ਦੱਸਦਾ ਕਿ ਕਰ ਕੀ ਸਕਦੇ ਹਾਂ, ਤੁਹਾਨੂੰ ਕੀ ਨਹੀਂ ਕਰ ਸਕਦੇ ਉਹ ਵੀ ਦੱਸਣ ਦੀ ਲੋੜ ਹੈ ਜੀ। ਪਹਿਲਾਂ ਤਾਂ ਜੀ ਤੁਹਾਨੂੰ ਦੱਸ ਦੇਵਾਂ ਕਿ ਇਹ ਵਰਕਆਊਟ ਕਿੱਦਾਂ ਕਰਦੇ ਆ ਜੀ, ਕਿ ਮੁਲਕ ਖਤਰੇ 'ਚ ਗਿਆ ਕਿੱਦਾਂ ਨਹੀਂ। ਇਹਨਾਂ ਨੇ ਮੀਟਰ ਬਣਾਇਆ ਜੀ ਇੱਕ, ਆਹ ਦੇਖ ਲਓ ਤੁਸੀਂ ਮੀਟਰ ਦੇਖੋ ਜੀ, ਸਕਰੀਨ 'ਤੇ ਆ ਰਿਹਾ ਤੁਹਾਡਾ 5 4 3 2 1। ਇਹ ਮੀਟਰ ਦਾ ਕਾਫੀ ਮਤਲਬ ਹੈਗਾ ਜੀ। ਇਹਦਾ ਮੀਟਰ ਦਾ ਮਤਲਬ ਹੈਗਾ ਜੀ, ਜੇ 5 ਹੋਇਆ ਨਾ ਤੇ 5 ਹੁੰਦਾ ਖਤਰਾ। ਸੋ ਦੈਟ ਇਜ਼ ਦਾ ਖਤਰਾ। ਖਤਰਾ ਇਹਦਾ ਆ ਕਿ ਜੀ ਇੰਨੇ ਬਿਮਾਰ ਲੋਕ ਹੋ ਜੂਗੇ ਕਿ NHS ਦੇ ਬਿਲਕੁਲ ਢਹਿ ਜਾਣੀ ਆ। ਨੰਬਰ 4 ਹੁੰਦਾ ਜੀ ਕਿ ਜੀ ਟ੍ਰਾਂਸਮਿਸ਼ਨ ਹਾਈ ਆ ਜਾਂ ਰਿਸਕ ਹੈਗਾ ਆ ਕੋਵਿਡ ਦਾ, ਕੋਵਿਡ ਹੱਲੇ ਹੈਗੀ ਆ ਸਿਸਟਮਾਂ 'ਚ। ਸੋ ਅਸੀਂ ਇਸ ਵੇਲੇ ਨੰਬਰ 4 'ਤੇ ਆ UK ਦੇ ਵਿੱਚ। 3 'ਤੇ ਜੀ ਤੇ ਵਾਇਰਸ ਜਨਰਲ ਸਰਕੂਲੇਸ਼ਨ ਵਿੱਚ ਹੈਗੀ ਆ, ਪਰ ਇੰਨਾ ਖਤਰਾ ਨਹੀਂ ਐਜ਼ ਇਫ ਇਟ ਵਾਜ਼ ਔਨ 4। 2 ਨੂੰ ਕਿ ਵਾਇਰਸ ਦਾ ਖਤਰਾ ਬਹੁਤ ਲੋ ਆ ਜੀ, ਤੇ 1 'ਤੇ ਜਦੋਂ ਆ ਜਾਵੇ ਇਹਦਾ ਮਤਲਬ ਕੰਟਰੀ ਕਲੀਅਰ ਆ ਵਾਇਰਸ ਤੋਂ। ਸੋ ਅਸੀਂ 4 'ਤੇ ਆ, ਇਹਨੂੰ ਅਸੀਂ 1 'ਤੇ ਲੈ ਕੇ ਆਉਣਾ। ਸੋ 5 'ਤੇ ਅਸੀਂ ਪਹਿਲਾਂ ਜਦੋਂ 1000 ਬੰਦਾ ਮਰ ਰਿਹਾ ਸੀ ਉਸ ਵੇਲੇ 5 ਦੇ ਲੱਗ ਗਈ ਸੀ। ਸੋ ਹੁਣ 4 ਦੇ ਆ ਜੀ, ਹੌਲੀ ਹੌਲੀ 3 'ਤੇ 2 'ਤੇ 1 'ਤੇ ਜਦੋਂ ਆਊਗੀ ਨਾ ਫਿਰ ਲਾਈਫ ਨੋਰਮਲ ਹੋਣੀ ਆ। 1 'ਤੇ ਆਉਣ ਦੀ ਸੰਭਾਵਨਾ ਕਦੋਂ ਆ ਜੀ? ਮੇਬੀ ਈਵਨ ਸਾਲ ਤੱਕ ਲੱਗ ਸਕਦਾ, ਕਿਉਂਕਿ ਇਹਦੀ ਹੱਲੇ ਵੈਕਸੀਨ ਨਹੀਂ ਬਣੀ, ਇਹਦੀ ਹੱਲੇ ਦਵਾਈ ਨਹੀਂ ਬਣੀ। ਇਹਦੇ ਰੇਟ ਇੱਦਾਂ ਤੁਹਾਨੂੰ ਮੈਂ ਦੱਸ ਦਿੰਦਾ ਜੀ ਕਿ ਇਸ ਵੇਲੇ 2,23,000 people have been infected with it. I've got it, you know, or have been infected with it. 223,060 people. ਇਹਨਾਂ 'ਚੋਂ ਮਰੇ ਕਿੰਨੇ ਆ ਜੀ? 32,065 ਬੰਦਾ ਮਰਿਆ ਇਹਦੇ ਵਿੱਚ। ਰਫਲੀ ਮੋਰਟੈਲਿਟੀ ਰੇਟ ਆਫ 14%। ਸੋ ਜੇ 100 ਬੰਦਿਆਂ ਨੂੰ ਹੁੰਦੀ ਆ ਜੀ ਇਹਦੇ 'ਚੋਂ 14% ਮਰਦੇ ਆ। ਸੋ ਤੁਸੀਂ ਕਹੋਗੇ ਠੀਕ ਹੈ, ਇਹਦਾ ਮਤਲਬ 86 ਤਾਂ ਬਚਦੇ ਹੀ ਆ, ਐਂਡ ਦੈਟਸ ਟਰੂ। 86 ਤਾਂ ਬਚ, ਜੇ 100 ਬੰਦਿਆਂ ਨੂੰ ਹੁੰਦੀ ਆ 86 ਬਚਦੇ ਆ। ਬਟ ਫਿਰ ਅਸੀਂ ਤੁਹਾਨੂੰ ਕਿਉਂ ਰੌਲਾ ਪਾ ਰਹੇ ਕਿ ਘਰ ਰਹੋ, ਫਿਰ 14 ਕੁ ਬੰਦੇ ਤਾਂ ਉੱਦਾਂ ਹੀ ਮਰ ਜਾਂਦੇ ਆ। ਗੱਲ ਇਹ ਨਹੀਂ ਕਿ ਤੁਹਾਨੂੰ ਰੌਲਾ ਕਿਉਂ ਕਹਿੰਦੇ ਆ। ਹੁਣ ਇਹ ਅਗਲੀ ਗੱਲ ਆ, ਜਿਹੜੇ 14 ਮਰਦੇ ਆ ਨਾ ਉਹਨਾਂ 'ਚੋਂ ਆਪਣੇ ਬੰਦੇ ਹਾਈ ਆ। ਆਪਣੇ ਬੰਦੇ ਮਤਲਬ ਕਿ ਕਾਲੇ ਬੰਦੇ ਜਿਨ੍ਹਾਂ ਨੂੰ ਅਸੀਂ ਬਲੈਕ ਐਂਡ ਮਾਈਨੋਰਿਟੀ ਐਥਨਿਕਸ, ਜੋ ਅਸੀਂ ਗਰੁੱਪ ਵਿੱਚ ਵੀ ਆਉਣੇ ਆ, ਏਸ਼ੀਅਨ ਬੰਦੇ, ਉਹ ਹਾਈ ਆ ਜੀ। ਸੋ ਉਹ 14 'ਚੋਂ ਜੀ ਆਪਾਂ ਦੀ ਰੇਸ਼ੀਓ ਹਾਈ ਆ, ਤੇ ਜਿਹੜੇ 86 ਬਚਦੇ ਆ ਜੀ ਉਹਨਾਂ 'ਚੋਂ ਜ਼ਿਆਦਾ ਗੋਰੇ ਬਚਦੇ ਆ। ਸੋ ਤੁਸੀਂ ਬੀਚਾਂ ਦੀਆਂ ਵੀ ਫੋਟੋਆਂ ਦੇਖੀਆਂ ਹੋਣੀਆਂ ਕਿ ਜਿੱਥੇ ਇਕੱਠੇ ਹੋ ਰਹੇ ਬ੍ਰਿਟਿਸ਼ ਪੀਪਲ, ਜਾਂ ਉਹ ਪਾਰਟੀਆਂ ਕਰ ਰਹੇ ਆ ਵੀ ਡੇ ਦੀ ਇਹਨਾਂ ਨੇ ਪਾਰਟੀ ਕੀਤੀ ਆ। ਹੁਣ ਉਹਨਾਂ 'ਚੋਂ ਤੁਸੀਂ ਦੇਖੋ ਜ਼ਿਆਦਾ ਤੋਂ ਜ਼ਿਆਦਾ ਗੋਰੇ ਆ, ਹੈ ਨਾ, ਆਪਣੇ ਬੰਦੇ। What is the reason for that? Because ਆਪਣੇ ਬੰਦੇ think, well mate, ਤੁਸੀਂ ਤਾਂ ਸ਼ਾਇਦ ਬਚ ਜੂਗੇ, ਜੇ ਤੁਸੀਂ ਸਾਨੂੰ ਦੇ ਦਿੱਤੀ ਤਾਂ ਅਸੀਂ ਜਾਂਦੇ ਲੱਗਣਾ। ਸੋ ਤਾਂ ਤੁਹਾਨੂੰ ਕਹਿ ਰਹੇ ਹਾਂ ਕਿ ਜੀ ਏਸ਼ੀਅਨ ਲੋਕਾਂ ਦਾ ਰੇਟ ਇਹਦੇ ਵਿੱਚ ਹਾਈ ਹੈ ਡੈਥ ਦਾ। ਔਰ ਕਿਉਂ ਹਾਈ ਆ? ਹਾਈ ਤਾਂ ਹੈ ਜੀ ਸਾਡੇ ਇੱਕ ਤਾਂ ਜੈਨੇਟਿਕਸ ਕਰਕੇ, ਕੁਦਰਤੀ ਜਿੱਦਾਂ ਸਾਡੀ ਬਾਡੀ ਦੀ ਬਣਤਰ ਆ, ਜਿਹੜੀ ਚੀਜ਼ਾਂ ਨਾਲ ਬਣੀ ਹੋਈ ਆ DNA ਦੇ ਨਾਲ, ਉਹਦੇ ਨਾਲ ਸਾਨੂੰ ਹਾਈ ਰਿਸਕ 'ਤੇ ਲਿਆਉਂਦੀ ਆ। ਦੂਜੀ ਗੱਲ ਜੀ, ਸਾਡੀ ਜੋ ਖੁਰਾਕਾਂ ਆ ਉਹ ਸਹੀ ਨਹੀਂ। ਜੇ ਤੁਸੀਂ ਕਿਸੇ ਡਾਇਟੀਸ਼ਨ ਨਾਲ ਗੱਲ ਕਰੋ, ਔਰ ਬਹੁਤ ਆਪਣੇ ਲੋਕ ਡਾਇਟੀਸ਼ਨ ਹੈ ਜਾਂ ਜਿਹੜੇ ਤੁਹਾਡੇ ਬੱਚਿਆਂ ਨੂੰ ਮਸਲ ਬਣਾਏ ਹੋ ਨਾ, ਐਨ ਫਿੱਟ ਆ, ਜਿਹਨਾਂ ਨੂੰ ਤੁਸੀਂ ਕਹਿੰਦੇ ਲੈ ਤਾਂ ਹਿਲਦੇ ਆ, ਕਮਜ਼ੋਰ ਆ, ਐਕਚੁਅਲੀ ਕਮਜ਼ੋਰ ਨਹੀਂ, ਉਹ ਫਿੱਟ ਆ। ਤਾਂ ਜਿਹੜੇ ਸਾਡੇ ਵਰਗੇ ਆ ਤੁਸੀਂ ਉਹਨੂੰ ਕਹਿੰਦੇ ਲੈ ਸਿਹਤ ਇਹਦੀ ਆ, ਜਦੋਂ ਐਕਚੁਅਲੀ no, we're overweight, right? We're far from healthy. So if there's any youngsters watching who are marriageable age, if your mum and dad ever say to you that they've got a rishta for you and that the boy or girl is healthy, do not be expecting an Olympic athlete, because in Asian terms, when they say someone healthy, it means exactly the opposite of what the English meaning of healthy is.
ਰਾਈਟ ਸੋ ਤਾਂ ਮੈਂ ਤੁਹਾਨੂੰ ਕਹਿੰਦਾ ਸਾਡੀਆਂ ਖੁਰਾਕਾਂ ਹੁਣ ਜਿਹੜੇ ਤੁਸੀਂ ਤੁਹਾਡੇ ਲੜਕੇ ਵੀ ਹੋਗੇ ਲੜਕੀਆਂ ਹੋ ਗਈਆਂ ਕੁਆਇਟ ਇਨਟੂ ਫਿਟਨੈਸ ਉਹ ਆਟਾ ਨਹੀਂ ਖਾਂਦੇ ਰੋਟੀ ਨਹੀਂ ਖਾਂਦੇ ਵਾਈ ਡੋਂਟ ਈ ਈਟ ਬਿਕਾਜ਼ ਉਹ ਕਹਿੰਦੇ ਆਟੇ ਨਾਲ ਹੀ ਪੇਟ ਵੱਧਦਾ ਕਾਰਬੋਹਾਈਡਰੇਟ ਹੁੰਦੇ ਆ ਸਟਾਰਚ ਹੁੰਦਾ ਉਹਦੇ ਵਿੱਚ ਅਤੇ ਕਾਰਬੋਹਾਈਡਰੇਟਸ ਦੀ ਕਿਲਰਸ ਆ ਉਹਨੂੰ ਸੱਦੇ ਆ ਦਾ ਸਾਇਲੈਂਟ ਕਿਲਰ ਕਿ ਜਿਹੜੀ ਚੀਜ਼ ਸ਼ੂਗਰ ਹੋਵੇ ਤਾਂ ਉਹ ਮਾੜੀ ਸ਼ੂਗਰ ਨਹੀਂ ਇਹਨਾਂ ਦੀ ਡਾਇਟ 'ਚ ਹੈਗੀ ਹੈ ਅਤੇ ਇਹਨੇ ਜ਼ਿਆਦਾ ਪ੍ਰੋਟੀਨ ਖਾਂਦੇ ਆ ਅਤੇ ਆਪਾਂ ਇਹ ਚੌਲ ਨਹੀਂ ਖਾਂਦੇ ਤੁਸੀਂ ਦੇਖੋਗੇ ਪਾਸਤਾ ਵੀ ਨਹੀਂ ਖਾਂਦੇ ਸੋ ਇਹ ਜੋ ਕਾਫੀ ਇਹਨਾਂ ਦੀ ਖੁਰਾਕ ਮਿਣ ਕੇ ਜੋਕ ਕੇ ਖਾਂਦੇ ਆ ਉਹ ਇੱਕ ਵਜ੍ਹਾ ਆ ਜੀ ਅਨੇ ਜੋ ਵਜ੍ਹਾ ਉਹ ਫਿੱਟ ਆ ਸਾਡੀਆਂ ਖੁਰਾਕਾਂ ਫਿਲਹਾਲ ਜੋ ਹੋਣੀਆਂ ਚਾਹੀਦੀਆਂ ਸਹੀ ਨਹੀਂ we prepare our food in fatty stuff and in stuff which is not good for us and we eat a lot of stuff which is not good for us ਤੁਸੀਂ ਇੱਕ ਜਲੇਬੀ ਦੇਖ ਲਓ ਕਿੱਦਾਂ ਬਣਦੀ ਹੈ ਜਲੇਬੀ ਤੁਹਾਨੂੰ ਪਤਾ ਕੀ ਆ ਤੁਹਾਨੂੰ ਪਤਾ ਹੀ ਆ ਪਰ ਤੁਹਾਨੂੰ ਜਦੋਂ ਮੈਂ ਗੋਰੇ ਨੂੰ ਦੱਸਿਆ ਕਿ ਜਲੇਬੀ ਕੀ ਆਈ ਉਹ ਤਾਂ ਮੇਰੇ ਹਾਲ ਇੱਦਾਂ ਦੇਖੇ ਕਿ ਆ ਤਾਂ ਕਦੇ ਵੀ ਨਾ ਖਾਈਏ ਉਹ ਕਹਿੰਦਾ ਬੇਸਿਕਲੀ ਤੁਸੀਂ ਸ਼ੂਗਰ ਨੂੰ ਡੀਪ ਫਰਾਈ ਕਰਦੇ ਆ ਜਦੋਂ ਮੈਂ I said when you say it like that you know don't make it too tempting I said ਸਾਡੀਆਂ ਤਾਂ ਬੁੜੀਆਂ ਚਾਰ ਖਾ ਜਾਂਦੀਆਂ ਉਹ ਕਹਿੰਦਾ ਫਿਰ ਉਹ ਤਾਂ ਹੀ ਰੱਬ ਨੂੰ ਪਿਆਰੀਆਂ ਹੁੰਦੀਆਂ ਛੇਤੀ so yeah our diets are not the best thirdly ਸਾਡਾ ਰੇਟ ਹਾਈ ਕਿਉਂ ਆ ਅਸੀਂ ਜੁਆਇੰਟ ਫੈਮਲੀਆਂ 'ਚ ਰਹਿੰਦੇ ਹਾਂ ਜੁਆਇੰਟ ਫੈਮਲੀਆਂ 'ਚ ਕਈਆਂ ਦੇ ਘਰਾਂ 'ਚ 6 ਲੋਕ ਆ ਚਾਰ ਤਾਂ ਆਮ ਹੀ ਆ ਹੈ ਨਾ ਜਦ ਤੱਕ ਤੁਹਾਡੇ ਘਰ 'ਚ 4 ਵੀ ਨਹੀਂ ਹੁੰਦੇ ਤੁਸੀਂ ਤਾਂ ਫੈਮਿਲੀ ਨਹੀਂ ਬਣਦਾ ਇਸੇ ਤਾਂ ਫੈਮਿਲੀ ਨਹੀਂ ਮੰਨਦੇ ਅਤੇ ਕਈਆਂ ਦੇ ਲੋਕਾਂ 'ਚ 8 ਲੋਕ ਆ ਕਈਆਂ ਦੇ ਘਰਾਂ 'ਚ 9 ਲੋਕ ਆ ਸੋ ਬਿਮਾਰੀ ਫੈਲਣ ਦਾ ਜ਼ਿਆਦਾ ਰਿਸਕ ਆ ਜੇ ਇੱਕ ਬੰਦਾ ਲਿਆ ਵੇ ਤਾਂ ਉਹ ਫਿਰ 8 ਨੂੰ ਗਾਹਾਂ ਲੱਗ ਸਕਦੀ ਹੈ ਤਾਂ ਰੇਟਸ ਵੀ ਹਾਈ ਆ ਇਹਦੇ ਵਿੱਚ ਸੋ ਇਹ ਤੁਸੀਂ ਇਹ ਚੀਜ਼ਾਂ ਦਾ ਨੋਟ ਕਰੋ ਜੀ ਤਾਂ ਤੁਹਾਨੂੰ ਕਹਿ ਰਹੇ ਆ ਜੀ ਕਿ ਤੁਸੀਂ ਕਰ ਰਹੋ ਰਾਈਟ ਹੋਰ ਤੁਸੀਂ ਕੀ ਨਹੀਂ ਕਰ ਸਕਦੇ 2 ਤੋਂ ਜ਼ਿਆਦਾ ਲੋਕਾਂ ਦੇ ਗਰੁੱਪ ਵਿੱਚ ਨਹੀਂ ਤੁਸੀਂ ਰਹਿ ਸਕਦੇ ਸੋ ਤੁਸੀਂ ਜਿੱਦਾਂ ਮੈਂ ਅੱਗੇ ਦੱਸਿਆ ਇਹ ਵਿਆਹ ਨਹੀਂ ਕਰ ਸਕਦੇ ਪਾਰਟੀਆਂ ਵਗੈਰਾ ਜੋ ਤੁਸੀਂ ਕਰਦੇ ਉਹ ਨਹੀਂ ਕਰ ਸਕਦੇ you can't have none of that if you're thinking about getting married this year you might want to hold off yeah don't worry just think of it as God's way of giving you a bit more time to think about it it's never a bad thing there's a lot of us sitting at home thinking I wish we'd had a bit more time to think about it but chalo yeah some people would call you lucky right so ਜੇ ਤੁਸੀਂ ਸੋਚਦੇ ਕਿ ਨਹੀਂ ਅਸੀਂ ਤਾਂ ਜੂਨ 'ਚ ਵਿਆਹ ਕਰਨਾ ਜੀ ਜੁਲਾਈ 'ਚ ਵਿਆਹ ਕਰਨਾ ਬਬਲੂ ਦਾ ਉਹ ਬਬਲੂ ਦਾ ਵਿਆਹ ਨਹੀਂ ਹੋਣਾ ਜੀ ਕਿ ਉਹਨਾਂ ਨੇ ਇਕੱਠੇ ਹੀ ਨਹੀਂ ਹੋਣ ਦੇਣਾ ਜਾਂ ਫਿਰ ਜੇ ਵਿਆਹ ਕਰੂਗੇ ਇਕੱਲਾ ਮੁੰਡੇ ਕੁੜੀ ਜਾ ਕੇ ਰਜਿਸਟਰੀ ਆਫਿਸ ਕਰੂਗੇ ਤਾਂ ਉਹਦਾ ਫਿਰ ਕੀ ਫਾਇਦਾ ਹੋਇਆ ਫਾਇਦਾ ਤਾਂ ਤੁਹਾਨੂੰ ਹੋਣਾ ਪੈਸੇ ਬਹੁਤ ਬਚ ਜਾਣੇ ਆ ਪਰ ਉਹ ਗੱਲ ਨਹੀਂ ਨਾ ਬਣਨੀ ਜਿੱਦਾਂ ਉਹ ਅਗਲੇ ਚਾਹੁੰਦੇ ਆ ਸੋ I think a lot of wedding plans are off I think you might want to consider that rather than what's been happening people have been saying oh we're not getting married in March but we'll get married in June July you just going to end up losing deposits and losing a lot of money and disappointing yourself reprinting cards you need to seriously think about that right ਤੁਸੀਂ ਕਿਸੇ ਦੇ ਨਾਲ ਕਿਸੇ ਹੋਰ ਪਰਿਵਾਰ ਦੇ ਪਰਿਵਾਰਕ ਬੰਦੇ ਦੇ ਨਾਲ ਗੱਡੀ 'ਚ ਨਹੀਂ ਬਹਿ ਸਕਦੇ you can't sit in somebody else's car with them so you can only sit in your own car and someone from another household can't sit in your car so be very careful of that ਸੋ ਜਿੱਦਾਂ ਮੈਂ ਅੱਗੇ ਕਿਹਾ ਤੁਸੀਂ ਵੈਨ 'ਚ ਆਪਣੇ ਬੰਦੇ ਨਹੀਂ ਬਿਠਾ ਸਕਦੇ ਜੇ ਬਿਠਾਓਗੇ ਇਹਨਾਂ ਨੇ ਫੜ ਲੈਣਾ ਤੁਹਾਨੂੰ so you're on a really big risk there you can go with your own household members in a car but not with other household members so you can't go and pick your girlfriend up and park up in Heathrow car park because believe me not only will you get caught but it'll be beersty afterwards as well when they take you back to your mum and dad ਉਹ ਤਾਂ ਬ੍ਰੈਡ ਲੈਣ ਗਿਆ ਸੀ not quite right ਤੁਸੀਂ ਕਿਸੇ ਦੇ ਘਰ ਨਹੀਂ ਵਿਜ਼ਿਟ ਕਰ ਸਕਦੇ ਨਾ ਕਿਸੇ ਨੂੰ ਆਪਣੇ ਘਰ ਸੱਦ ਸਕਦੇ ਆ ਸੋ ਇਹ ਜੋ ਲੋਕਡਾਊਨ ਕਹਿੰਦੇ ਆ ਇਹ ਨਹੀਂ ਖੁੱਲ੍ਹ ਗਿਆ ਕਿ ਤੁਸੀਂ ਹੁਣ ਘਰ ਸੱਦ ਕੇ ਪੈਗ ਲਾਓ ਜੀ ਕੋਈ ਗੱਲ ਨਹੀਂ ਤੂੰ ਮੇਰੇ ਆ ਅੱਜ ਮੇਰੇ ਪੈਗ ਲਾਉਣੇ ਕੱਲ੍ਹ ਨੂੰ ਤੇਰੇ ਪੈਗ ਲਾਉਣੇ ਆ ਅਤੇ ਮੀਟ ਬਣਾਉਣੇ ਆ ਪਿੱਛੇ ਬਹਿ ਕੇ ਉਹ ਕੰਮ ਨਹੀਂ ਜੀ ਕਰ ਸਕਦੇ ਤੁਸੀਂ you can't do that that's against the rules okay so ਕਾਫੀ ਕੁਛ ਕਵਰ ਕਰ ਲਿਆ ਅਸੀਂ ਹਾਂ ਲੋਕ ਕਹਿੰਦੇ ਜੀ ਅਸੀਂ ਹੇਅਰ ਡਰੈਸਰ ਪੱਬ ਕੈਫੇ ਵਗੈਰਾ ਇਹ ਕਦੋਂ ਖੋਲ੍ਹੂਗੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ there are 3 phases
ਸੋ ਇਹ ਤਾਂ ਹੋ ਗਿਆ ਜੀ ਹੁਣ ਦਾ ਫੇਜ਼। ਜੂਨ ਦੇ ਵਿੱਚ ਜੀ ਜੋ ਦੂਜਾ ਫੇਜ਼ ਹੈਗਾ ਆ, ਇਹ ਕਹਿੰਦੇ ਜੀ ਸ਼ਾਇਦ ਅਸੀਂ ਕੁਛ ਸਕੂਲ ਦੇ ਕਲਾਸਿਸ ਖੋਲ੍ਹ ਦਈਏ, ਮੇਨਲੀ ਜਿਹੜੇ ਹੈਗੇ ਨਰਸਰੀ, ਪ੍ਰਾਇਮਰੀ ਰਿਸੈਪਸ਼ਨ, year 1 and year 6. So it's not years 1 to 6, it's year 1 and year 6. So year 2, 3, 4 and 5 won't be going in June. At the moment they're just looking at year 1 and 6 and reception and nurseries. So the earliest they're thinking of opening them is June the 1st. So June ਪਹਿਲੀ ਜੂਨ ਤੋਂ ਪਹਿਲਾਂ ਕੋਈ ਸਕੂਲ ਨਹੀਂ ਖੁੱਲ੍ਹਣਾ। ਸੋ ਜਿਹੜੇ ਹੋਮ ਸਕੂਲਿੰਗ ਕਰ ਰਹੇ ਆ ਮੇਰੇ ਅੰਗਰ ਬੱਚਿਆਂ ਨੂੰ ਪੜ੍ਹਾ ਰਹੇ ਆ, I feel your pain and I hear you, but you're going to have to learn about magnets, Mayans, Spanish, fractions a little bit longer. So ਤੁਸੀਂ ਕਰੋ and you read David Walliams, and if you are doing homeschooling you have my full sympathies. ਜਿੰਨਾ ਮੈਂ ਪੜ੍ਹ ਲਿਆ ਨਾ ਪਿਛਲੇ 4-5 ਹਫ਼ਤਿਆਂ 'ਚ, ਉਹਨਾਂ ਮੈਂ ਪੂਰੇ 6-7 ਸਾਲਾਂ 'ਚ ਨਹੀਂ ਪੜ੍ਹਿਆ। ਹੁਣ ਤਾਂ ਸਪੈਨਿਸ਼ ਵੀ ਬੋਲ ਲਈਦੀ ਆ ਮਾੜੀ ਜੀ, ਕਾਊਂਟਿੰਗ 1 to 10, ਲੋਸ ਓਜੋਸ ਸਾਰਾ ਕੁਛ ਪਤਾ ਹੁਣ, ਸਪੈਨੀ ਬੋਲ ਲੈਂਦੇ ਹੁਣ ਮਾੜੀ ਮੋਟੀ, no problem। So yeah, June the 1st ਜੋ ਹੈਗਾ ਆ will be looking to open some schools. There will be primary reception, year 1 and year 6, not 2, 3. So that's important, because ਜਦੋਂ ਮੈਂ ਪਹਿਲਾਂ ਪੜ੍ਹਿਆ ਸੀ I thought year 1 to 6, yeah, and then no, right। ਇਹ ਜਿਹੜੀ ਇਹਨਾਂ ਦੀ ਫੈਸਲਾ ਆ, ਇਹਨੂੰ ਕਾਫੀ ਕ੍ਰਿਟਿਸਿਜ਼ਮ ਮਿਲੀ ਆ ਟੀਚਰਾਂ ਵੱਲੋਂ। ਟੀਚਿੰਗ ਦੇ ਯੂਨੀਅਨ ਨੇ, ਇੱਕ ਯੂਨੀਅਨ ਨੇ 85% of their members said look, we're not comfortable with the schools opening। ਕਿਉਂ ਟੀਚਰ ਕਹਿੰਦੇ ਅਸੀਂ ਬੱਚਿਆਂ ਨੂੰ ਕਿੱਦਾਂ ਕੰਟਰੋਲ ਕਰੂੰਗੇ ਇੱਕ ਦੂਜੇ ਦੇ ਨਾਲ 2 ਮੀਟਰ ਦੂਰ ਰਹਿਣ ਤੋਂ, ਇੱਕ ਦੂਜੇ ਨੂੰ ਮਿਲਣ ਨਾਲੋਂ ਕਿੱਦਾਂ ਕੰਟਰੋਲ ਕਰਾਂਗੇ। ਅਤੇ ਬੱਚੇ ਜਿਹੜੇ ਆ ਜੇ ਉਹਨਾਂ ਕੋਲ ਇਲਨੈਸ ਹੋ ਗਈ ਉਹ ਘਰ ਜਾ ਕੇ ਆਪਣੇ ਮੰਮੀ ਡੈਡੀ ਨੂੰ ਦੇ ਦੇਣ, ਕਿਉਂ ਇਹ ਤਾਂ ਹੈ ਨਹੀਂ ਕਿ ਮੰਮੀ ਡੈਡੀ ਹੁਣ ਜੱਫੀ ਨਾ ਪਾਊਗੇ ਬੱਚੇ ਨੂੰ, ਘਰ ਬਹਿ ਕੇ ਜਾਂ ਬੀਬੀ ਬਾਬੇ ਨੂੰ ਦੇ ਦੇਣ, ਤਾਂ ਉਹਦੇ ਵਿੱਚ ਖਤਰਾ ਆ। ਸੋ ਦ ਸਕੂਲਸ ਵਨ ਆਈ ਵੁੱਡ ਕੀਪ ਐਨ ਆਈ ਔਨ। ਆਈ ਥਿੰਕ ਉਹਦੇ ਵਿੱਚ ਥੋੜ੍ਹੇ ਜਿਹਾ ਪ੍ਰੋਬਲਮ ਪੈਣੀ ਹੈ, ਐਂਡ ਅ ਲੋਟ ਆਫ ਪੇਰੈਂਟਸ ਇਹ ਕਹਿ ਰਹੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ। ਐਂਡ ਟੂ ਬੀ ਓਨੈਸਟ ਆਈ ਥਿੰਕ ਯੂ ਮਾਈਟ ਬੀ ਵੈਲ ਵਿਦਿਨ ਯੋਰ ਰਾਈਟਸ to do that, especially if at home you've got people who are shielding. So shielding ਦਾ ਕੀ ਮਤਲਬ ਹੈ ਜੀ, ਜਿਹੜੇ ਲੋਕਾਂ ਨੂੰ 1.5 ਮਿਲੀਅਨ ਲੋਕਾਂ ਨੂੰ ਚਿੱਠੀਆਂ ਆਈਆਂ NHS ਵੱਲੋਂ ਕਿ ਤੁਸੀਂ ਘਰ ਰਹਿਣਾ, 30 ਜੂਨ ਤੋਂ ਪਹਿਲਾਂ ਤੁਸੀਂ ਨਿਕਲ ਨਹੀਂ ਸਕਦੇ, ਉਹ ਬੰਦਿਆਂ ਨੂੰ ਹਜੇ ਵੀ ਇਹੀ ਸਲਾਹ ਆ। ਉਹਨਾਂ ਨੇ ਕਿਹਾ ਭਾਵੇਂ ਜੋ ਮਰਜ਼ੀ ਖੋਲ੍ਹੀ ਅਸੀਂ ਲੋਕਡਾਊਨ ਦੇ ਵਿੱਚ ਕਿ ਤੁਸੀਂ ਘਰ ਤੋਂ ਦੂਰ ਬਾਹਰ ਨਹੀਂ ਜਾਣਾ। ਸੋ ਉਹਦੇ ਵਿੱਚ ਕਾਫੀ ਆਪਣੇ ਬੰਦਿਆਂ ਨੂੰ ਚਿੱਠੀਆਂ ਆਈਆਂ, ਤੁਹਾਨੂੰ ਆਈ ਹੋਊਗੀ, ਮਤਲਬ there's a list of people who are at risk ਜਿਹੜੇ ਹੈਗੇ ਆ। ਸੋ ਉਹਨਾਂ ਵਿੱਚ ਕਈ ਬਿਮਾਰੀਆਂ, ਮੈਂ I'll read that out in a bit ਕਿ ਉਹ ਕਿਹੜੇ ਲਿਸਟ ਆ, ਕਿਹੜੇ ਨਹੀਂ people of that। ਸੋ ਸਕੂਲਾਂ ਦਾ ਇਹ ਕਹਿ ਰਿਹਾ ਜੀ ਕਿ ਜੀ ਅਸੀਂ ਫੇਜ਼ਡ ਰੀਓਪਨਿੰਗ ਕਰਨੀ ਹੈਗੀ ਆ। ਬਾਕੀ ਜੀ ਇਹ ਕਹਿ ਰਿਹਾ ਜੀ ਕਿ ਸ਼ੌਪਾਂ ਜੋ ਹੈਗਾ ਇਹ ਕਦੋਂ ਖੁੱਲ੍ਹਣੀਆਂ ਹੈ। ਕੁਛ ਸ਼ੌਪਾਂ ਜੀ 1 ਜੂਨ ਤੋਂ ਬਾਅਦ ਇਹਨਾਂ ਨੇ ਖੋਲ੍ਹਣ ਦੀ ਕੋਸ਼ਿਸ਼ ਕਰਨੀ ਹੈ, ਜੇ ਇਹਨਾਂ ਦੇ ਜੋ ਟੈਸਟ ਹੈਗੇ ਆ 5 ਟੈਸਟ ਕਿ ਮੀਟ ਕੀਤੇ ਜਾਣ। ਸੋ ਮਤਲਬ ਨੋਨ ਐਸੈਂਸ਼ੀਅਲ ਰੀਟੇਲਰਸ ਕਦੇ ਖੁੱਲ੍ਹ ਸਕਦੇ ਆ। ਸੋ ਇਹ ਦੇਖਾਂਗੇ, ਕਹਿੰਦੇ ਕਿ ਕਿਹੜੀ ਸ਼ੌਪਾਂ ਆ। ਜਿਹੜੇ ਰੈਸਟੋਰੈਂਟ ਆ, ਪੱਬ ਆ, ਹੇਅਰ ਡਰੈਸਰ ਆ, ਇਹ ਜੀ ਕਹਿੰਦੇ ਕਿ ਜੁਲਾਈ ਤੋਂ ਪਹਿਲਾਂ ਨਹੀਂ ਇਹਨਾਂ ਨੇ ਖੋਲ੍ਹਣ ਦੇਣਾ। 4 ਜੁਲਾਈ ਨੂੰ ਕਹਿੰਦੇ ਉਸ ਤੋਂ ਬਾਅਦ ਦੇਖਾਂਗੇ ਕਿ ਇਹਨਾਂ ਨੂੰ ਖੋਲ੍ਹਣ ਦੇਵਾਂਗੇ ਜਾਂ ਨਹੀਂ। ਸੋ ਮਤਲਬ ਕਿ ਪਬਸ, ਰੈਸਟੋਰੈਂਟਸ, ਹੇਅਰ ਡਰੈਸਰਸ, ਹੋਟਲ, ਸਿਨੇਮਾ ਅਤੇ ਧਾਰਮਿਕ ਸਥਾਨਾਂ ਜੇ ਇਹ ਰੂਲਸ ਨੂੰ ਮੀਟ ਕਰਦੇ ਆ। ਹੁਣ ਇਹਨਾਂ ਨੇ ਗਾਈਡੈਂਸ ਪਬਲਿਸ਼ ਕਰਨੀ ਹੈ ਸਾਰੀਆਂ ਜਗ੍ਹਾ ਨੂੰ ਕਿ ਜੇ ਤੁਸੀਂ ਇਹ ਚੀਜ਼ਾਂ ਆਪਣੇ ਜਗ੍ਹਾ ਵਿੱਚ ਇਨ ਪਲੇਸ ਰੱਖੋਗੇ ਤਾਂ ਤੁਹਾਨੂੰ ਅਸੀਂ ਖੁੱਲ੍ਹਣ ਦੇਣਾ, ਉਹ ਵੀ ਜੁਲਾਈ ਤੋਂ ਬਾਅਦ। ਸੋ ਜਿੰਨੇ ਹੇਅਰ ਡਰੈਸਸ ਆ, ਹੋਟਲ ਵਾਲੇ, ਪਬਸ, ਰੈਸਟੋਰੈਂਟ, ਬਾਰਸ, ਧਾਰਮਿਕ ਸਥਾਨਾਂ, ਤੁਹਾਨੂੰ ਇਹ ਗਾਈਡੈਂਸ ਦੇ ਹਿਸਾਬ ਨਾਲ ਚੱਲਣਾ ਪੈਣਾ। ਇਫ ਯੂ ਕੈਨ ਮੀਟ ਦ 5 ਟੈਸਟ ਦੈਟ ਦੇ ਲਾਈ ਡਾਊਨ, ਦੈਨ ਤੁਹਾਡੇ ਕੋਲ ਚਾਂਸ ਹੈ ਕਿ ਜੁਲਾਈ 'ਚ ਤੁਹਾਨੂੰ ਇਹ ਕਹਿ ਦੇਣ ਕਿ ਜੀ ਤੁਸੀਂ ਖੁੱਲ੍ਹ ਸਕਦੇ ਆ, ਨਹੀਂ ਤਾਂ ਫਿਲਹਾਲ ਤਾਂ ਨਾ ਹੀ ਆ ਜੀ। ਓਕੇ, ਸੋ ਇਹ ਬੰਦੇ ਹੀ ਰਹਿਣੀਆਂ ਜੀ। ਜਿੰਨੇ ਵੀ ਰੈਸਟੋਰੈਂਟ ਆ, ਤੁਸੀਂ ਟੇਕ ਅਵੇ ਚਾਲੂ ਕਰ ਸਕਦੇ ਸਰਵਿਸ ਜਾਂ ਡਿਲੀਵਰੀ ਸਰਵਿਸ ਚਾਲੂ ਕਰ ਸਕਦੇ ਆ।
ਸੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਬਿਲਕੁਲ ਹੀ ਬੰਦ ਕਰਨੀ, ਆਪਣੀ ਆਮਦਨੀ ਬਿਲਕੁਲ ਹੀ ਜ਼ੀਰੋ ਰੱਖਣੀ ਆ। ਤੁਸੀਂ ਆਪਣਾ ਜੋ ਲੋਕ ਤੁਹਾਡੇ ਰੈਸਟੋਰੈਂਟ ਵਿੱਚ ਖਾਣ ਨੂੰ ਆਉਂਦੇ ਸੀ, ਤੁਸੀਂ ਉਹੀ ਚੀਜ਼ ਉਹਨਾਂ ਦੇ ਘਰ ਪਹੁੰਚਾ ਸਕਦੇ ਆ। ਐਂਡ ਯੂ ਕੈਨ ਜੁਆਇਨ ਅਪ ਵਿਦ ਐਪਸ ਲਾਈਕ ਡਿਲੀਵਰੀ, ਜਸਟ ਈਟ, ਉਬਰ ਈਟਸ। ਇਹਦੇ ਵਿੱਚ ਤੁਸੀਂ ਕੋਈ ਨਾ ਕੋਈ ਉਹਨਾਂ ਨਾਲ ਪਾਰਟਨਰਸ਼ਿਪ ਕਰਕੇ ਇਹ ਤੁਹਾਡੇ ਖਾਣਾ ਪਹੁੰਚਾ ਦਿੰਦੇ ਆ, ਨਾਲੇ ਤੁਹਾਡੇ ਪੈਸੇ ਤੁਹਾਡੇ ਅਕਾਊਂਟ 'ਚ ਪਾ ਦਿੰਦੇ ਆ। ਇਹ ਤੁਹਾਨੂੰ ਸੋਚਣਾ ਚਾਹੀਦਾ ਇਸ ਚੀਜ਼ ਬਾਰੇ। ਰਾਈਟ, ਹੋਰ ਇਹਨਾਂ ਨੇ ਅਨਾਊਂਸਮੈਂਟ ਕੀਤੀ ਹੈ ਜੀ ਕਿ ਜਿਹੜੇ ਲੋਕ ਬਾਹਰੋਂ ਆਉਗੇ ਐਂਡ ਆਫ ਦ ਮੰਥ ਤੋਂ, ਮਤਲਬ ਜੂਨ ਤੋਂ ਇਹਨਾਂ ਨੇ ਸ਼ੁਰੂ ਕਰਨਾ ਕਿ ਉਹਨਾਂ ਨੂੰ ਕੁਆਰੰਟੀਨ 'ਚ ਪਾਉਣਾ 14 ਦਿਨ ਲਈ। ਹੁਣ ਬਹੁਤ ਕੰਟਰੀਆਂ ਆਲਰੇਡੀ ਕਰ ਰਹੀਆਂ ਮਾਰਚ ਤੋਂ, ਪਰ ਇੰਗਲੈਂਡ ਨੇ ਨਹੀਂ ਕੀਤੀ, UK ਨੇ ਨਹੀਂ ਕੀਤੀ। ਔਰ ਇਹ ਚੀਜ਼ ਇਹਨਾਂ ਨੂੰ ਬਹੁਤ ਕ੍ਰਿਟਿਸਿਜ਼ਮ ਮਿਲ ਰਿਹਾ। ਹਫ਼ਤੇ ਦਾ ਤਕਰੀਬਨ ਲੱਖ ਬੰਦਾ ਆ ਰਿਹਾ ਇਹਨਾਂ ਦੇ, ਔਰ ਇਹਨਾਂ ਨੇ ਕੋਈ ਟੈਸਟ ਨਹੀਂ ਕੀਤਾ ਇੱਥੇ ਆ ਕੇ, ਨਾ ਕੋਈ ਕੁਆਰੰਟੀਨ ਕੀਤਾ। ਇਹਨਾਂ ਨੇ ਸਿਰਫ ਉਹਨਾਂ ਨੂੰ ਕਹੀ ਕਿਹਾ, ਉਹਨਾਂ ਨੂੰ ਵਿਸ਼ਵਾਸ 'ਤੇ ਛੱਡਿਆ ਕਿ ਆਪ ਸੈਲਫ ਆਈਸੋਲੇਟ ਕਰੋਗੇ। ਹੁਣ ਜੀ ਤੁਸੀਂ ਦੇਖੋ ਮਾਰਚ ਵਿੱਚ ਤਾਂ ਇਹਨਾਂ ਦੇ ਜਹਾਜ਼ ਭਰੇ ਆ ਰਹੇ ਸੀ ਯੂਰਪ ਵਾਲਿਆਂ ਤੋਂ, ਅਮਰੀਕਾ ਤੋਂ, ਚਾਈਨਾ ਤੋਂ, ਵਿਦ ਪੀਪਲ ਇਨਫੈਕਟਿਡ ਵਿਦ ਦ ਵਾਇਰਸ। ਇਹ ਬੰਦਿਆਂ ਦੀ ਕੋਈ ਸਕਰੀਨਿੰਗ ਨਹੀਂ ਹੋਈ, ਸਿੱਧੇ ਉਤਰੇ ਇਮੀਗ੍ਰੇਸ਼ਨ 'ਤੇ ਇਹ ਆਪਣੇ ਹੋਟਲ ਗਏ। they got the tubes, they got the buses, they came to weddings, functions। ਤਾਂ ਵਾਇਰਸ ਨੇ ਤਾਂ ਆਪੇ ਹੀ ਟਰਾਂਸਮਿਟ ਹੋਣਾ ਸੀ। ਇੱਥੇ ਤੱਕ ਰੇਟ ਤੱਕ ਕਿ ਜੀ ਇੰਗਲੈਂਡ ਹੁਣ ਦੂਜੀ ਨੰਬਰ 'ਤੇ ਆ UK ਡੈਥ ਰੇਟ ਦੇ ਵਿੱਚ। ਸੋ you know ਇਹ ਤਾਂ ਬਹੁਤ ਇਹਨਾਂ ਨੂੰ ਕ੍ਰਿਟਿਸਿਜ਼ਮ ਮਿਲੀ ਹੈ ਇਸ ਚੀਜ਼ 'ਤੇ ਕਿ ਤੁਸੀਂ ਇਹ ਲੋਕਡਾਊਨ ਕਿਉਂ ਨਹੀਂ ਕੀਤਾ ਜਹਾਜ਼ਾਂ 'ਤੇ, ਫਲਾਈਟਾਂ 'ਤੇ। ਤਾਂ ਤੁਸੀਂ ਅਜੇ ਤੱਕ ਵੀ ਲੋਕਾਂ ਨੂੰ ਕਿਉਂ ਆਉਣ ਡਏ ਹੋ who are potentially infected without even putting them into quarantine। ਸੋ ਇਹ ਜੂਨ ਤੋਂ ਇਹਨਾਂ ਨੇ ਸ਼ੁਰੂ ਕਰਨਾ ਆ। ਹਜੇ ਵੀ ਨਹੀਂ, ਮਤਲਬ ਕਿ ਅੱਜ ਤੋਂ ਸ਼ੁਰੂ ਕਰ ਸਕਦੇ ਸੀ, ਪਰ ਨਾ, ਇਹ ਕਹਿੰਦੇ 3 ਹਫ਼ਤੇ ਆ ਲੈਂਦੇ ਹੋ, ਸ਼ਾਇਦ ਬੰਦੇ ਥੋੜ੍ਹੇ ਮਰੇ ਹਲੇ, ਬਟ ਇਹ ਕਹਿੰਦੇ ਨਹੀਂ ਹਲੇ, ਪਲੀਜ਼ ਸਰ ਗਿਵ ਹਿਮ ਚਾਂਸ, ਵੀ ਵਾਂਟ ਵਾਇਰਸ ਵਾਲੇ ਆਉਣ, ਵੈਲਕਮ। Right. So that seems a bit weird why they haven't done that, and that's a big criticism from them ਕਿ ਇਹਨਾਂ ਦੇ ਵਿੱਚ ਕਿ ਇਹ ਬਿਗ ਜੋ ਹੈਗਾ ਕ੍ਰਿਟਿਸਿਜ਼ਮ ਇਹ ਹੈ ਜੀ। ਬਾਕੀ ਸਕਾਟਲੈਂਡ, ਵੇਲਸ, ਨਾਰਥਰਨ ਆਇਰਲੈਂਡ ਹੀ ਆਪਣੇ ਫੈਸਲੇ ਬਣਾਉਣਗੇ ਕਿ ਜੀ ਇਹ ਬੋਰਿਸ ਜੌਨਸਨ ਦੀ ਗਾਈਡਲਾਈਨਾਂ ਨਾਲ ਚੱਲਣਗੇ ਜਾਂ ਨਹੀਂ। ਸੋ ਇਟਸ they're going to make their own guidelines in relation to that, and they're going to make their own decisions in relation to that। ਹੁਣ ਬਹੁਤ ਲੋਕ ਕਹਿੰਦੇ ਆ ਕਿ ਸਾਡੇ ਐਮਪਲੋਇਰ ਸਾਨੂੰ ਮਜਬੂਰ ਕਰਦੇ ਆ ਕੰਮ 'ਤੇ ਜਾਣ ਲਈ। ਕੀ ਸਾਨੂੰ ਕੰਮ 'ਤੇ ਜਾਣ ਦੀ ਲੋੜ ਹੈਗੀ ਆ ਜਾਂ ਨਹੀਂ ਹੈਗੀ? ਦੇਖੋ, ਜੇ ਤੁਹਾਡੇ ਐਮਪਲੋਇਰ ਨੇ ਤੁਹਾਨੂੰ ਸੱਦ ਲਿਆ ਕੰਮ 'ਤੇ ਤਾਂ you should go to work, but ਜੇ ਤੁਹਾਨੂੰ ਕੌਨਫੀਡੈਂਸ ਨਹੀਂ ਕਿ ਐਮਪਲੋਇਰ ਨੇ ਸੇਫਟੀ ਪ੍ਰੋਸੀਜਰ ਰੱਖੇ ਹੋ ਆ, ਫਿਰ ਤੁਸੀਂ ਇਨਕਾਰ ਵੀ ਕਰ ਸਕਦੇ ਆ। ਤਾਂ ਐਮਪਲੋਇਰ ਜੇ ਤੁਹਾਨੂੰ ਸੈਕ ਕਰੇਗਾ ਉਹਦੇ ਖਿਲਾਫ ਕੇਸ ਵੀ ਕਰ ਸਕਦੇ ਆ। ਦੇਰ ਇਜ਼ ਅ ਸੈਕਸ਼ਨ 44 of the Employment Act 1996, ਇਹਦਾ ਤੁਸੀਂ ਪੜ੍ਹ ਲਓ, ਸਕਰੀਨ 'ਤੇ ਆ ਰਿਹਾ। ਉਹਦੇ 'ਚ ਇਹ ਲਿਖਿਆ ਜੀ ਕਿ ਐਮਪਲੋਈ ਜਿਹੜੇ ਹੈਗੇ ਆ ਕਿ ਉਹਨਾਂ ਕੋਲ ਇੱਕ ਹੱਕ ਆ ਕਿ ਜਿਹੜਾ ਐਮਪਲੋਇਰ ਆ ਉਹ ਆਪਣੀ ਕੰਮ ਕਰਨ ਵਾਲੀ ਜਗ੍ਹਾ ਸੇਫ ਬਣਾਵੇ, ਅਤੇ ਉਹਨਾਂ ਵਿੱਚ ਕੋਈ ਫੇਅਰ ਨਹੀਂ ਹੋਣੀ ਚਾਹੀਦੀ ਕਿ ਜੀ ਹਾਂ ਸਾਨੂੰ ਇੱਥੇ ਕੋਈ ਬਿਮਾਰੀ ਲੱਗ ਸਕਦੀ ਹੈ, ਸਾਡੇ ਨਾਲ ਕੁਛ ਖਰਾਬ ਹੋ ਸਕਦਾ। ਉਹਦੇ ਵਿੱਚ ਐਮਪਲੋਇਰ ਤੁਹਾਡੀ ਨਾ ਪੇ ਕੱਟ ਸਕਦਾ ਜੀ, ਨਾ ਤੁਹਾਨੂੰ ਸੈਕ ਕਰ ਸਕਦਾ। ਇਹ ਤੁਹਾਨੂੰ ਪ੍ਰੋਟੈਕਸ਼ਨ ਦਿੰਦੀ ਸੈਕਸ਼ਨ 44 ਕਿ ਜੇ ਤੁਹਾਨੂੰ ਸੈਕ ਕਰ ਦਿੱਤੇ ਜੀ ਇਸ ਗਰਾਊਂਡ ਦੇ ਉੱਤੇ, ਤਾਂ ਤੁਸੀਂ ਐਮਪਲੋਇਰ 'ਤੇ ਕੇਸ ਕਰ ਸਕਦੇ ਆ, ਅਤੇ ਉਹ ਕੇਸ ਤੁਸੀਂ ਜਿੱਤਣ ਦੇ ਚਾਂਸ ਹੈਗੇ ਆ। You can refuse to return to a workplace that is unsafe. So if you think that there's an employment place, your place of employment is unsafe, you can refuse to go to there. The employers have to meet the government guidance and the guidelines. ਜੇ ਤੁਹਾਨੂੰ ਸ਼ੱਕ ਹੈ ਕਿ ਸਾਡਾ employment ਵਾਲੀ ਜਗ੍ਹਾ ਨਹੀਂ ਸਹੀ, you can inform your local council and the health standards authority. So ਉਹਦੇ ਵਿੱਚ ਜੋ ਹੈਗੇ ਆ ਉਹ ਜਾ ਕੇ they'll make your employer make sure that it's good for employees. ਜੇ ਤੁਸੀਂ ਇੱਕ employer ਹੈਗੇ ਆ and you want your staff to come back,
you need to follow the guidelines, and you need to make sure that everyone's going to be sitting 2 meters apart, that there's masks, there's gloves, there's sanitizers available, that they've got face shields, sneeze guards they're called, in front of them. Your counters, if they're on a counter, then you've got shields there, guards there. So put that in. ਤੁਸੀਂ ਬੈਂਕ ਅਗਰ ਗਏ ਆ ਹੁਣ, ਤੁਸੀਂ ਦੇਖਿਆ ਹੋਊਗਾ ਕਿ ਬੈਂਕ ਵਾਲਿਆਂ ਨੇ ਗਾਰਡ ਰੱਖੇ ਹੋ ਮੋਰੇ, ਤੇ ਰੈਸਟੋਰੈਂਟ ਵਾਲਿਆਂ ਨੇ ਵੀ, ਟੇਕਵੇ ਵਾਲਿਆਂ ਨੇ ਵੀ ਗਾਰਡ ਰੱਖੇ ਹੋ ਮੋਰੇ। ਇੱਦਾਂ ਦਾ ਤੁਹਾਨੂੰ ਕੋਈ ਨਾ ਕੋਈ ਜੁਗਾੜ ਕਰਨਾ ਪੈਣਾ ਆਪਣੇ ਕੰਮ ਦੇ ਸਥਾਨ 'ਤੇ। ਇਹ ਤੁਹਾਡੇ ਇੰਪਲੋਇਰ ਦੇ ਉੱਤੇ ਹੈ ਜੀ ਕਿ ਕਰੇ, ਅਤੇ ਤੁਹਾਡਾ ਇੰਪਲੋਇਰ ਤੁਹਾਨੂੰ ਮਜਬੂਰ ਨਹੀਂ ਕਰ ਸਕਦਾ ਕੰਮ ਆਉਣ 'ਤੇ, ਪਰ ਜੇ ਉਹਨੇ ਚੀਜ਼ਾਂ ਇਨ ਪਲੇਸ ਰੱਖੀਆਂ ਫਿਰ ਤੁਹਾਨੂੰ ਕੰਮ 'ਤੇ ਜਾਣਾ ਪੈਣਾ, ਫਿਰ ਤੁਹਾਨੂੰ ਕੰਮ 'ਤੇ ਜਾਣਾ ਚਾਹੀਦਾ। ਜੇ ਉਹਨੇ ਚੀਜ਼ਾਂ ਨਹੀਂ ਰੱਖੀਆਂ ਕਿ ਜਿੱਦਾਂ ਅੱਗੇ ਸੀ ਉੱਦਾਂ ਹੀ ਆਇਓ ਜੀ, ਫਿਰ ਤੁਸੀਂ ਇਨਕਾਰ ਕਰ ਸਕਦੇ ਆ ਜੀ। ਤਾਂ ਫਿਰ ਜੇ ਤੁਹਾਨੂੰ ਸੈਕ ਕਰਦਾ ਉਹ ਗਲਤ ਆ, ਉਹਦੇ ਖਿਲਾਫ ਤੁਸੀਂ ਕੇਸ ਵੀ ਕਰ ਸਕਦੇ ਆ, ਤੁਹਾਨੂੰ ਕੰਪਨਸੇਸ਼ਨ ਵੀ ਮਿਲੂਗੀ ਉਸ ਚੀਜ਼ ਦੀ। So hopefully that's something you need to research if you think that your place of work is unsafe. Section 44, Employment Act 1996. Have a look at it. Chalo, ਤੁਸੀਂ ਦੇਖੋ Section 44 ਤੇ ਮੈਂ ਜਾਣਾ break 4 ਮਿੰਟ ਲਈ, ਤਾਂ ਮਿਲਦਾ ਤੁਹਾਨੂੰ 4 ਮਿੰਟ ਤੋਂ ਬਾਅਦ। The hottest Black Friday offer is with Leica Mobile. You get a whopping 50% off when you buy UK Plan Mega this weekend. 40 gigabytes of data, unlimited UK minutes and texts, and 100 international minutes for just £10 this weekend. It's Black Friday madness from Leica Mobile. 50% off should not be missed. Visit leicamobile.co.uk for details. Offer is valid to new customers who shop online between 28th of November and 2nd of December 2019. Leica Mobile. Air India introduces additional flights from London Heathrow to Mumbai and a new direct flight from London Stansted to Mumbai from 14th February 2020. Fly in luxury on Air India Dreamliner with extra legroom in economy and flatbeds in business class. For attractive fares, contact your travel agent now or visit airindia.in. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਗੁਰਦੁਆਰਾ ਮੀਰੀ ਪੀਰ ਸਾਹਿਬ ਵੱਲੋਂ ਜਿਹੜਾ ਵੀ ਪ੍ਰੋਗਰਾਮ ਅਸੀਂ ਸੋਮਵਾਰ 9:15 ਤੋਂ 10:15 ਔਰ ਸ਼ੁੱਕਰਵਾਰ 8:30 ਤੋਂ 9:30 ਅਸੀਂ ਪੰਥ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਦਿੰਦੇ ਹਾਂ। ਉਸ ਵਿੱਚ ਅਸੀਂ ਵੀ ਚਾਹੁੰਦੇ ਹਾਂ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਕਰਨ। MATV ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦਾ ਹੈ, ਔਰ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਬਿਲਕੁਲ ਸੱਚ ਤੇ ਆਧਾਰਿਤ ਹੈ, ਸੱਚ ਦੀ ਆਵਾਜ਼ ਬਣਦਾ ਹੈ, ਔਰ ਇੱਦਾਂ ਸੱਚ ਦੀ ਆਵਾਜ਼ 'ਤੇ ਪਹਿਰਾ ਦੇਣਾ ਕੋਈ ਸੌਖੀ ਗੱਲ ਨਹੀਂ ਹੈ। ਸਾਨੂੰ ਸੰਗਤਾਂ ਦਾ ਸਾਥ ਚਾਹੀਦਾ ਹੈ, ਅਸੀਂ ਸੰਗਤਾਂ ਦੇ ਨਾਲ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। The Akshay Patra Foundation has taken on a massive initiative to make sure that millions of people receive a freshly prepared plate of food. We are now serving over 1 million families, children, daily wage earners, migrant labor, and generally people who are deprived of a basic plate of food. We just do not want anyone to go to bed hungry. Please join us in this massive endeavor. This is a fantastic opportunity for all of us to come together and help millions. Every little penny that you donate will make a massive difference to hundreds of people. Thank you. हेस्टन हाइड वेस्ट लंदन के सबसे शानदार होटल्स में से एक with 303 air conditioned rooms and suites, one of the largest banquet spaces in London, meeting room for up to 1200 people, conferences, musical function, weddings या कोई भी गैदरिंग, मनपसंद भोजन, शानदार आयोजन और बेहतरीन वेन्यू, 400 गाड़ियों की पार्किंग के साथ Heston Hyde. For bookings, call 0208 572 1818. ਮੈਂ ਤੁਹਾਡਾ ਹਰਜਾਬ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਜੀ ਆਇਆਂ ਨੂੰ, ਵੈਲਕਮ ਟੂ ਦ ਸ਼ੋ। ਗੱਲ ਸਾਡੀ ਹੋ ਰਹੀ ਹੈ ਜੀ ਕਰੋਨਾ ਵਾਇਰਸ ਦੀ, ਅਤੇ ਤੁਹਾਨੂੰ ਦੱਸ ਰਹੇ ਜੀ ਜੋ ਨਵੇਂ ਰੂਲਸ ਇਹਨਾਂ ਨੇ ਪਾਏ ਆ ਕਿ ਕੀ ਕਰ ਸਕਦੇ ਕੀ ਨਹੀਂ। ਸਿਆਣਿਆਂ ਲਈ ਜੀ ਇਹਨਾਂ ਨੇ ਕੀ ਰੂਲ ਕਿਹਾ ਆ, ਸਿਆਣਿਆਂ ਲਈ ਮੈਂ ਤੁਹਾਨੂੰ ਦੱਸ ਦਿੰਦਾ ਜੀ ਕੀ ਰੂਲ ਕਿਹਾ ਇਹਨਾਂ ਨੇ ਸਿਆਣਿਆਂ ਨੂੰ ਕਿਹਾ ਹੈ ਜੀ ਕਿ ਜਿਹੜੇ 70 ਤੋਂ ਉੱਤੇ ਆ ਜੀ ਉਹ ਨਾ ਬਾਹਰ ਜਾਣ। ਸੋ ਐਨੀਬody over 70 they're saying they shouldn't, and especially those with underlying health conditions. ਸੋ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਜਿਹੜੇ 70 ਤੋਂ ਉੱਤੇ ਆ ਜੀ ਉਹਨਾਂ ਦੀ ਦਵਾਈਆਂ ਵੀ ਉਹਨਾਂ ਨੂੰ ਘਰ ਆਉਣੀਆਂ ਚਾਹੀਦੀਆਂ,
ਫੂਡ ਵੀ ਘਰ ਆਉਣਾ ਚਾਹੀਦਾ ਅਤੇ ਉਹ ਬਾਹਰ ਨਾ ਜਾਣ ਅਤੇ ਉਹ ਬੈਸਟ ਹੈਗੇ ਆ ਜੀ ਅਤੇ ਦੈਟਸ ਵਾਟ ਓਵਰ 70s ਸ਼ੁੱਡ ਡੂ ਸੋ 70 ਵਾਲਿਆਂ ਨੇ ਇਹਨਾਂ ਨੇ ਕਿਹਾ ਕਿ ਜੀ ਤੁਸੀਂ ਕਿ ਘਰ ਰਹੋ ਜਿਹੜੇ 70 ਸਾਲਾਂ ਤੋਂ ਉੱਤੇ ਆ ਮਤਲਬ ਸਹੀ 70 ਸਾਲਾਂ ਤੋਂ ਉੱਤੇ ਆ ਸਹੀ ਡੇਟ ਆਫ ਬਰਥ ਪਹਿਲਾਂ ਤਾਂ ਡੇਟ ਆਫ ਬਰਥ ਆਪਣਾ ਸਹੀ ਪਤਾ ਕਰੋ ਕਿ ਕੀ ਆ ਅੱਧਿਆਂ ਨੇ ਗਲਤ ਹੀ ਲਿਖਾਇਆ ਹੋਆ ਪੰਜਾਬੀਆਂ 'ਚ ਇਹ ਬਹੁਤ ਖਾਸੀਅਤ ਹੈ ਜੀ 4 ਤਾਂ ਧਿਆਨ ਹੁੰਦੇ ਨੇ but that's what they've said. So if you're over 70 you should be staying down, you should be staying inside, should be staying there. ਜਿਨ੍ਹਾਂ ਨੇ ਬਾਹਰ ਜਾਣਾ ਵੀ ਆ ਜੀ 70 ਸਾਲ ਤੋਂ ਅਤੇ ਉਹ ਰਿਸਕ ਹੀ ਆ ਉਹਨਾਂ ਲਈ ਗਵਰਨਮੈਂਟ ਨੇ ਕਿਹਾ that's that. So there's a group of people ਜੋ ਇਹਨਾਂ ਨੂੰ ਕਿਹਾ ਕਿ ਜੀ at risk ਆ they shouldn't be going back to work or they shouldn't be going out. That is people with lung problems such as asthma, bronchitis, people with heart problems, so heart disease, heart failure, kidney failure, liver failure. ਇਹ ਜਿਹੜੇ ਲੋਕਾਂ ਦੀ ਜਿਹੜੇ ਬਿਮਾਰੀਆਂ ਹੈਗੀਆਂ ਨੇ ਇਹ ਜਿਨ੍ਹਾਂ ਕੋਲ ਹੈਗੀਆਂ ਉਹਨਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਰਿਸਕ ਹੈ ਇਸ ਵੇਲੇ pregnant women they've advised that you shouldn't really go out if you're pregnant. So you should stay there. If you've got a weak immune system, तो जे तुहानू किसी चीज़ की घाट आ जे तुसी डायबिटिक आ जे तुहाडा BP हाई आ कोलेस्ट्रोल हाई आ and it's all related to heart and lungs तां भी तुहानू घर रहना चाहिए शूगर वाले मैं अगे कहता उन्होंने घर रहना चाहिए तो जे वो तुहानू चिट्ठी आई हो फिर तो 30 जून तो पहला तुसी हिल ही नहीं सकते 1.5 million people got them letters हो सकता कि तुहानू आईयू होवे तुहानू पढ़नी ना आती होवे तो किसी तो पढ़ा लियो तो वो बेटर होगा जी राइट एनीथिंग एल्स हो जी बस हम दैट्स व्हाट रफली कि इन्होंने ये कहा है जी कि आ करो हम मैं थानू अपनी निजी दस दिना कि गल की आ मैं ये मेरी पर्सनल व्यू आ जे तुसी सोचते हैं कि इस गौरमेंट नूं तुहाडी फिक्र आ तो तुसी बहुत बड़े भुलेखे च आ if you really think that the government cares about Mr. and Mrs. Singh from Walsall then you are going to be really disappointed. Okay? Government's the priorities as well as a lot of the governments around the world कि अपनी economy fail ना हो जाए let's get the country back and running and let's not hit a recession. A lot of that is the priority. So तुसी की करना you have to make your own decision कि तुसी इदां दे हालातां विच बाहर जाना या नहीं अपनी सेहत देख के right and थोड़ी सेहत totally थोड़े ते is dependent upon you. It's totally different. Everyone's सेहत is different. मेरी सेहत अलग गया थोड़ी सेहत अलग गया थोड़े नाल दे बंदे बैठे दी अलग गया थोड़े नाल दे घर च बैठे दे उन्हां दे अलग गया गोरियां दे अलग गया जी साडियां दे अलग गया जी चीनियां दे अलग गया जी सारियां दे अलग गया ये थानू फैसला बनाना पैना कि थानू खतरा किन्ना है कि और तुसी इस वेले किहड़ी सिचुएशन दे विच It's up to us individually to make a decision and sometimes we have to make decisions on behalf of our parents. सारी उम्र जी साडी मापियां ने साडे लई फैसले बनाए आ जद तक बंदा ब्याह नहीं हुंदा जद तक तो बनाई जांदे आ हैं ਜਿਹੜੇ ਸਾਡੇ ਵਰਗੇ ਵਿਆਹ ਕਰਕੇ ਵੀ ਮਾਪੇ ਦੇ ਨਾਲ ਰਹਿੰਦੇ ਆ ਉਹਨਾਂ ਦੇ ਵੀ ਫੈਸਲੇ ਹਲੇ ਬਣਾਈ ਜਾਂਦੇ ਆ ਹੈ ਸੋ ਹੁਣ ਜਿਹੜੇ ਸਿਆਣੇ ਆ ਤੁਹਾਨੂੰ ਇਹ ਫੈਸਲਾ ਸੋਚਣਾ ਪੈਣਾ ਕਿ ਤੁਹਾਨੂੰ ਆਪਣੀ ਤੁਹਾਡੀ ਜੋ ਸੋਚਣੀ ਆ ਉਹ ਸਹੀ ਆ ਹੋ ਸਕਦਾ ਕਿ ਤੁਹਾਡੇ ਨਿਆਣੇ ਤੁਹਾਨੂੰ ਕਹਿ ਰਹੇ ਆ ਕਿ ਅੰਦਰ ਰਹੋ ਉਹ ਤੁਹਾਡੀ ਬਿਹਤਰੀ ਲਈ ਆ ਇਹ ਬਿਹਤਰੀ ਲਈ ਕਹਿ ਰਹੇ ਆ ਕੋਈ ਨਿਆਣਾ ਇਹ ਤਾਂ ਚਾਹੁੰਦਾ ਨਹੀਂ ਕਿ ਮੇਰਾ ਮਾਪੇ ਪੂਰਾ ਹੋ ਜਾਵੇ ਤੁਸੀਂ ਅੱਜ ਕੱਲ੍ਹ ਦੇ ਹਾਲਾਤ ਤਾਂ ਦੇਖਿਓ ਆ ਜੀ कि दाग भी नहीं हो रहे या सही तरीके नाल ये तो बहुत मैं थोड़ा पहला भी दसिया कि 100 जे 100 बंदियां होंदी तो 14 बंदे पूरे होंदे आ
ਤੁਸੀਂ ਇੱਕ ਐਪ ਵੀ ਬਣਿਆ ਹੈ ਜੀ, ਉਹਦੇ ਵਿੱਚ ਤੁਸੀਂ ਦੇਖ ਸਕਦੇ ਕਿ ਤੁਹਾਡੇ ਪੋਸਟ ਕੋਡ 'ਚ ਕਿੰਨੇ ਪੂਰੇ ਹੋਏ ਆ। ਸਾਡੇ ਪੋਸਟ ਕੋਡ 'ਚ, ਮੇਰੇ ਘਰ ਵਾਲੇ ਪੋਸਟ ਕੋਡ 'ਚ ਮਤਲਬ 6-7 ਰੋਡਾਂ ਜਿਹੜੀਆਂ ਆਪਣੀਆਂ ਹੈਗੀਆਂ 10-20 ਰੋਡਾਂ ਹੋ ਗਈਆਂ, 10 ਬੰਦੇ ਪੂਰੇ ਹੋਏ ਆ ਜੀ। ਜਿੱਥੇ ਮੈਂ ਕੰਮ ਕਰਦਾ ਸਾਊਥ ਹਲਕਿੰਗ ਸਟਰੀਟ ਵਾ, ਉੱਥੇ 14 ਬੰਦੇ ਪੂਰੇ ਹੋਏ ਆ। ਤੁਸੀਂ ਆਪਣੇ ਪੋਸਟ ਕੋਡ ਪਾ ਕੇ ਪਤਾ ਕਰ ਸਕਦੇ ਹੋ। ਯੂ ਕੈਨ ਫਾਈਂਡ ਆਊਟ ਦਿਸ a link where you can put your postcode and it tells you how many people have died of COVID in your postcode. So ਤੁਸੀਂ ਦੇਖਣਾ ਕਿ ਤੁਹਾਡੇ ਏਰੀਆ 'ਚ ਹਾਈ ਕਿ ਜਾਂ ਨਹੀਂ। ਜੇ ਤਾਂ ਤੁਸੀਂ ਅਜਾੜ ਏਰੀਆ 'ਚ ਰਹਿੰਦੇ ਆ ਤਾਂ ਤੁਹਾਡੇ ਆਲੇ ਦੁਆਲੇ ਕੋਈ ਘਰ ਨਹੀਂ, ਨਾ ਕੋਈ ਬੰਦੇ ਆ, ਫਿਰ ਤਾਂ ਤੁਸੀਂ ਓਬਵੀਅਸਲੀ ਯੂ ਕੈਨ ਗੋ ਆਊਟਸਾਈਡ, ਹੈ ਨਾ, ਤੁਹਾਡਾ ਰਿਸਕ ਘੱਟ ਹੈਗਾ ਆ। ਹੁਣ ਜੇ ਤੁਸੀਂ ਹਾਈ ਰਿਸਕ ਏਰੀਆ 'ਚ ਰਹਿੰਦੇ ਆ ਜਿੱਥੇ ਤੁਹਾਡਾ ਰੇਟ ਜ਼ਿਆਦਾ ਹੈ ਡੈਥ ਦਾ, ਤਾਂ ਉਹ ਤੁਹਾਨੂੰ ਦੇਖਣਾ ਪੈਣਾ ਕਿ ਲੁੱਕ, ਇਜ਼ ਇਟ ਵਰਥ ਮੀ ਗੋਇੰਗ ਆਊਟਸਾਈਡ? ਕੀ ਤੁਹਾਡੇ ਕੋਲ ਕੋਈ ਪਹਿਲਾਂ ਬਿਮਾਰੀਆਂ ਹੈਗੀਆਂ? ਜੇ ਕੁਛ ਇੱਦਾਂ ਦਾ ਤੁਹਾਨੂੰ ਬਿਮਾਰੀ ਹੋ ਗਈ, ਕੀ ਤੁਹਾਡਾ ਸਰੀਰ ਝੇਲ ਸਕੂਗਾ ਇਹ? ਵਿਲ ਯੂ ਬੀ ਏਬਲ ਟੂ ਗੋ ਥਰੂ ਇਟ? ਇਜ਼ ਇਟ ਵਰਥ ਦ ਰਿਸਕ ਔਰ ਨਾਟ? A lot of kids are worried about their parents, rightly so. ਮੈਂ ਵੀ ਆਪਣੇ ਪੇਰੈਂਟਸ ਵਾਲੇ worried ਹਾਂ। ਮੇਰੇ ਡੈਡੀ ਵੀ ਹਸਪਤਾਲ ਰਹਿ ਕੇ ਆਏ ਆ ਪਿੱਛੇ ਹਫ਼ਤੇ ਤੇ 2-3 ਦਿਨ, ਤਾਂ ਮੈਨੂੰ ਵੀ ਫਿਕਰ ਸੀ। ਉਹ ਲੈ ਕੇ ਜਿੱਦਾਂ ਗਏ ਜੀ, ਉਹ ਐਂਬੂਲੈਂਸ ਵਿੱਚ ਬਿਠਾ ਕੇ ਲੈ ਜਾਂਦੇ ਆ, ਉਹ ਤੁਹਾਨੂੰ ਬਾਏ ਵੀ ਨਹੀਂ ਕਹਿਣ ਦੀ ਲੋੜ, ਉਸੇ ਉਹੀ ਥੋੜ੍ਹੀ ਜਿਹੀ ਰਾਤ ਸੋਚੀ ਜਾਂਦੇ ਆ ਦਿਨ ਕਿ ਜੀ ਮੈਂ ਤਾਂ ਆਪਣੀ ਦੇਖਿਆ ਵੀ ਨਹੀਂ ਕਿ ਆਹੀ ਲਾਸਟ ਵਰਡਸ ਆਈ ਸੈਡ ਡੈਡ ਵਾਸ ਬਾਏ ਇਨ ਦ ਬੈਕ ਆਫ ਐਨ ਐਂਬੂਲੈਂਸ, ਬਟ ਲਕਲੀ ਹੀ ਇਜ਼ ਆਊਟ। ਸੋ ਯੂ ਹੈਵ ਟੂ ਲੁੱਕ ਕਿ ਤੁਹਾਡੇ ਲਈ ਫੈਸਲੇ ਕਿਹੜੇ ਸਹੀ ਹੈ ਕਿਹੜੇ ਨਹੀਂ। ਔਰ ਮੈਂ ਅੱਗੇ ਵੀ ਜ਼ਿਕਰ ਕੀਤਾ ਕਿ ਇਹ ਟਾਈਮ ਜਿੱਦ ਵਾਲੀ ਨਹੀਂ, ਇਹ ਚੀਜ਼ ਨੂੰ ਲਾਈਟਲੀ ਲੈਣ ਵਾਲੀ ਗੱਲ ਨਹੀਂ ਜੀ। ਤੁਸੀਂ ਦੇਖੋ, I don't want to sound depressing, but 32,000 people dead. If you ask their families, would you rather be depressed or would you rather your parents be dead? I think they'd want their parents back. So ਮੈਂ ਚੀਜ਼ਾਂ ਨੂੰ ਸਮਝਦਾ ਹਾਂ। ਜੇ ਤਾਂ ਤੁਸੀਂ ਇਹ ਚੀਜ਼ਾਂ ਰੂਲਾਂ ਦੇ ਹਿਸਾਬ ਨਾਲ ਰਹਿ ਸਕਦੇ ਆ, ਫਿਰ ਤਾਂ ਤੁਸੀਂ ਮਾੜਾ ਮੋਟਾ ਬਾਹਰ ਜਾਣ ਦੀ ਕੋਸ਼ਿਸ਼ ਕਰੋ। ਜੇ ਨਹੀਂ, ਜਾਂ ਜੇ ਤੁਹਾਨੂੰ ਖਤਰਾ ਦਿਖਦਾ ਫਿਰ ਨਾ ਬਾਹਰ ਜਾਓ। ਉਹ ਤੁਹਾਡੀ ਜਿਹੜੀ ਕੌਨਸ਼ੀਅੰਸ ਆ ਨਾ, ਉਹ ਤੁਹਾਨੂੰ ਹਿੰਟ ਦੇ ਦੇਗੀ ਕਿ ਖਤਰਾ ਹੈ ਜਾਂ ਨਹੀਂ ਹੈਗਾ, ਜਾਂ ਕੀ ਸਿਚੁਏਸ਼ਨ ਹੈ ਕੀ ਨਹੀਂ। If you can stick by all the guidelines, you sanitize and your workplace is safe, then go back. If you feel your workplace is unsafe, you're well within your rights to refuse and to say, well, hold on, I want you to go for a check, an assessment, and see, have you got all the systems in place? ਤੁਸੀਂ ਇਹ ਗੌਰਮੈਂਟ ਦੇ ਚੱਕਰ 'ਚ ਕਿ ਹਾਂ ਇਕੋਨਮੀ ਚਲਾਉਣੀ ਮੁੜ ਕੇ, ਤੁਸੀਂ ਨਾ ਸ਼ਹੀਦ ਹੋ ਇਹ ਚੱਕਰਾਂ 'ਚ। ਇਹ ਗਵਰਨਮੈਂਟ ਨੂੰ ਕਾਫੀ ਕ੍ਰਿਟਿਸਿਜ਼ਮ ਮਿਲ ਰਹੀ ਹੈ ਕਿ ਕਾਫੀ ਚੀਜ਼ਾਂ ਇਹਨਾਂ ਨੇ ਗਲਤ ਕੀਤੀਆਂ। ਮਤਲਬ ਕਿ ਏਅਰਪੋਰਟ 'ਤੇ ਸਕਰੀਨਿੰਗ ਨਹੀਂ ਰੱਖੀ ਅਜੇ ਤੱਕ ਵੀ ਨਹੀਂ, ਉਹ ਤਾਂ ਬਿਲਕੁਲ ਹੀ ਨਹੀਂ ਸੈਂਸ ਬਣਦੀ। ਨੋ ਵਨ ਕੈਨ ਡਿਫੈਂਡ ਦੈਟ, ਨੋਬਡੀ ਕੈਨ ਡਿਫੈਂਡ ਦੈਟ। ਇਹਨਾਂ ਦੀ ਜਿਹੜੀ ਨੀਤੀ ਸੀ ਪਹਿਲਾਂ, ਇਹਨਾਂ ਦੀ ਨੀਤੀ ਪਤਾ ਕੀ ਸੀ? ਇਹਨਾਂ ਨੇ ਖੁਦ ਹੀ ਜੋ ਪਹਿਲਾ ਪ੍ਰੈਸ ਕਾਨਫਰੰਸ ਬੋਰਿਸ ਨੇ ਕੀਤਾ ਸੀ, ਉਹ ਸ਼ੁਰੂ ਇੱਥੋਂ ਗੱਲ ਕੀਤੀ ਸੀ ਕਿ ਬਹੁਤ ਲੋਕਾਂ ਨੇ ਤੁਸੀਂ ਨੇ ਮਰ ਜਾਣਾ, ਪਰ ਤੁਹਾਨੂੰ ਇਹ ਗੱਲ ਝੇਲਣੀ ਪੈਣੀ ਆ। ਯੂ ਸ਼ੁਡ ਜਸਟ ਟੇਕ ਇਟ ਔਨ ਦ ਚਿਨ। I'm sorry, but your grandma's going to die, but tough. ਇਹਨਾਂ ਦੀ ਆਈਡੀਆ ਜੋ ਸੀਗੀ, ਇਹ ਸੀਗੀ ਹਰਡ ਇਮਿਊਨਿਟੀ। ਹਰਡ ਇਮਿਊਨਿਟੀ ਦਾ ਮਤਲਬ ਸੀ, ਇਹ ਚਾਹੁੰਦੇ ਸੀ ਕਿ ਇਹਨਾਂ ਨੂੰ ਸਾਇੰਸ ਜੋ ਕਹਿੰਦੀ ਸੀ ਉਸ ਵੇਲੇ ਕੁਛ ਲੋਕ ਕਿ ਕੋਈ ਗੱਲ ਨਹੀਂ, ਲੋਕਾਂ ਨੂੰ ਹੋ ਲੈਣ ਦਿਓ, ਫਿਰ ਉਹ ਆਪ ਹੀ ਠੀਕ ਹੋ ਜੂਗਾ ਇਸ ਚੀਜ਼ 'ਤੇ, ਫਿਰ ਉਹਨਾਂ ਨੂੰ ਗਾਹਾਂ ਨਹੀਂ ਹੋਊਗੀ। ਬਟ ਮੇ ਬੀ ਇਹ ਚੀਜ਼ਾਂ ਫਲੋਡ ਹੈਗੀਆਂ, ਬਿਕੋਜ਼ ਹੁਣੇ ਜੋ ਕੋਰੀਆ ਦੇ ਵਿੱਚ they've seen an up in cases, ਚੀਨ ਦੇ ਵਿੱਚ ਹੁਣ ਫਿਰ ਅਪ ਹੋ ਗਏ ਕੇਸਿਸ, ਜਰਮਨੀ ਵਿੱਚ they've just seen a rise today. ਸੋ ਇੱਕ ਇੱਦਾਂ ਦੀ ਬਿਮਾਰੀ ਆ ਜਿਹੜੇ ਹਾਲੇ ਸਾਇੰਟਿਸਟ ਨੂੰ ਦੇ ਡੋਂਟ ਨੋ ਪੂਰੀ ਸਟੱਫ ਅਬਾਊਟ ਇਟ। ਇਹਦੀ ਨਾ ਪੂਰੀ ਜਾਣਕਾਰੀ ਇਹਨਾਂ ਨੂੰ ਮਿਲੀ ਆ, ਨਾ ਇਹਦਾ ਇਲਾਜ ਮਿਲਿਆ ਜੀ, ਨਾ ਇਹਦਾ ਤੋੜ ਮਿਲਿਆ। ਸੋ ਹੁਣ ਹਾਂ ਇਹ ਆ ਕਿ ਬਹੁਤ ਲੋਕਾਂ ਨੂੰ ਬਿਮਾਰੀ ਹੋਈ ਤਾਂ ਬਚ ਗਏ ਆ, ਬਟ ਡੂ ਯੂ ਵਾਂਟ ਟੂ ਟੇਕ ਦੈਟ ਰਿਸਕ? ਐਂਡ ਦੈਟਸ ਵਾਟ ਇਟ ਬੋਇਲਸ ਡਾਊਨ ਟੂ, ਰਾਈਟ? ਡੂ ਯੂ ਵਾਂਟ ਟੂ ਬੀ ਦੈਟ ਗਿਨੀ ਪਿਗ? ਉਹ ਤੁਹਾਡਾ ਸਰਦਾ ਹੈ ਅੰਦਰ ਰਹਿ ਕੇ? That's the choice you have to make. ਹੁਣ ਕੱਲ੍ਹ ਜਦੋਂ ਬੋਰਿਸ ਸਪੀਚ ਕਰਦਾ ਸੀ ਜੀ, ਔਰ ਮੇਰੇ ਨਿੱਜੀ ਖਿਆਲ ਆ ਜੀ, ਅਤੇ ਅਸੀਂ ਘਰ ਬੈਠੇ ਸੀ ਅਤੇ ਮੈਂ ਸੋਚਿਆ ਯਾਰ ਮੈਂ ਕੱਲ੍ਹ ਨੂੰ ਕਿੱਦਾਂ ਦੱਸੂੰ ਸਾਰਿਆਂ ਨੂੰ ਇਹ, ਅਤੇ ਮੈਂ ਕਿਹਾ ਵੈਸੇ ਮੈਂ ਤਾਂ ਡੈਡੀ ਗੱਲ ਕਰਦੇ ਸੀ, ਉਹ
ਡੈਡੀ ਨੇ ਹੀ ਕਿਹਾ, ਕਹਿੰਦਾ ਇਹਨਾਂ ਨੇ ਆਪ ਵੀ ਮਰਨਾ, ਇਹਨਾਂ ਨੇ ਸਾਨੂੰ ਵੀ ਮਾਰਨਾ। ਉਹੀ ਗੱਲ ਨਾ ਹੋਵੇ ਕਿ ਇਹ ਆਪਣੀ ਪੋਲੀਟਿਕਸ ਖੇਲਦੇ ਖੇਲਦੇ ਤੁਹਾਡੀ ਫੈਮਿਲੀ ਬਰਬਾਦ ਹੋ ਜਾਵੇ। ਬਹੁਤ ਲੋਕ ਪੂਰੇ ਹੋਏ ਜੀ, ਬਹੁਤ ਲੋਕ ਪੂਰੇ ਹੋਏ ਆ। ਵੀ ਡੋਂਟ ਨੋ 30,000 ਬੰਦਾ ਕਹਿਣਾ ਸੌਖਾ, 30-32,000 ਬੰਦਾ ਕਿੰਨਾ ਹੁੰਦਾ? ਥਿੰਕ ਅਬਾਊਟ ਇਟ। ਇਹ ਤਾਂ ਤਕੜੇ ਨਗਰ ਕੀਰਤਨਾਂ ਦੀ ਪੋਪੂਲੇਸ਼ਨ ਹੁੰਦੀ ਹੈ। ਹੁਣ ਫਰਜ਼ ਕਰੋ ਜੀ ਤੁਸੀਂ ਨਗਰ ਕੀਰਤਨ ਪੂਰਾ ਦੇਖਿਆ ਜੇ, ਸਾਊਥ ਹਾਲ ਦਾ ਦੇਖਿਆ ਨਗਰ ਕੀਰਤਨ, ਜੇ ਇੱਕ ਬੰਬ ਡਿੱਗ ਜਾਵੇ ਜੇ ਉਹ ਸਾਰੇ ਬੰਦੇ ਪੂਰੇ ਹੋ ਜਾਣ ਤਾਂ ਅਸੀਂ ਤਾਂ ਉਹ ਹਾਦਸਾ ਸਾਰੀ ਉਮਰ ਨਾ ਭੁੱਲੂਗੇ। ਤਾਂ ਜੇ ਆ 6-7 ਹਫ਼ਤਿਆਂ 'ਚ 32,000 ਬੰਦੇ, ਭਾਵੇਂ ਉਹ ਰੋਜ਼ ਦੇ 100 ਮਰਦਾ ਜਾਂ 800 ਮਰਦਾ, ਇਹ ਆ ਕਿ ਇਕੱਠੇ ਨਹੀਂ ਮਰੇ ਨਾ, ਤਾਂ ਨਹੀਂ ਚੁੱਭਦਾ। ਹੁਣ ਅੱਜ 200 ਦੁਆਲੇ ਪੂਰੇ ਹੋਏ ਆ, ਪਰ ਜੋ ਥ੍ਰੈਟ ਲੈਵਲ ਹਾਈ ਸੀ ਉਹ ਤਾਂ 1000 ਬੰਦਾ ਪੂਰਾ ਹੁੰਦਾ ਸੀ। ਸੋ ਤੁਸੀਂ ਇਹ ਦੇਖਣਾ ਹੈ ਜੀ ਕਿ ਤੁਹਾਡੀ ਸਿਚੁਏਸ਼ਨ ਕੀ ਆ। If you get it, do you think you'll overcome it? Or do you think you'll be a victim to it? Do you want to expose your parents to it? Can you do without exposing them to it? Yeah. These are the decisions you have to sit there and make. We all have to make them. I stopped my dad going to India. He was supposed to go on the 16th of March because I came back on the 6th and I saw what Delhi airport was like, and I was like, Dad, you're going to get stuck there. And he got Louis. Yeah, I took a lot of flack for it off him because he lost his 400 or 500 quid, and you know what it's like when parents lose 400 or 500 quid. They blame you for the rest of their life, and you never hear, you never forget. They never forget about it. You hear it for the rest of your life, but it was worth it because my dad's got underlying conditions and he takes medication. And if he'd got the virus, I don't think he would have survived. I don't think I'll survive if I get the virus. And I've got little kids. So you all have to sit there in your situation and be honest with yourself. It's not really a time to think you're a hero, think you're Arnold Schwarzenegger. It's not a film. People are dying out there. People you know. I don't think there's anyone out there now who, in our community, who doesn't know someone who hasn't died of COVID. So, I know someone, and I'm sure you do as well. So, ਇਹ ਚੀਜ਼ ਦਾ ਜੀ ਤੁਸੀਂ ਹੁਣ ਨੋਟ ਕਰਨਾ ਹੈ। ਤੁਹਾਡੀ ਜੋ ਆਪਣੀ ਸਿਹਤ ਹੈ ਜੀ, ਉਹ ਤੁਹਾਡੇ ਆਪਣੇ ਹੱਥ 'ਚ ਆ। ਤੁਹਾਡਾ ਆਪਣਾ ਫਿਊਚਰ ਆਪਣੇ ਹੱਥ 'ਚ ਆ। ਸਰਕਾਰਾਂ ਨੇ ਤਾਂ ਕਹਿਣਾ ਹੀ ਕਹਿਣਾ ਹੈ ਕਿ ਇਹਨਾਂ 'ਤੇ ਪ੍ਰੈਸ਼ਰ ਹੈ ਜੀ, ਪ੍ਰੈਸ਼ਰ ਆ ਲੋਕਾਂ ਦੀ ਜੋਬਾਂ ਦਾ, ਪ੍ਰੈਸ਼ਰ ਆ ਪੈਸਿਆਂ ਦਾ, ਪ੍ਰੈਸ਼ਰ ਆ ਇਹਨਾਂ ਦੀ ਕਰਜ਼ੇ ਚੱਕਿਓ ਇਹਨਾਂ ਨੇ ਉਹ ਮੋੜਨੇ ਆ, ਆਹ ਚੀਜ਼ਾਂ ਦਾ ਪ੍ਰੈਸ਼ਰ ਆ। ਸੋ ਇਹ ਇਕੱਲੀ ਤੁਹਾਡੇ ਹਿੱਤ ਦੀ ਗੱਲ ਨਹੀਂ ਸੋਚ ਰਹੇ, ਇਹਨਾਂ ਦੇ ਬਹੁਤ ਲੋਕਾਂ ਦੀ ਇਹ ਜੋ ਹੋ ਰਿਹਾ ਸੋਚ ਰਿਹਾ। ਬਾਕੀ ਤੁਹਾਡੀ ਹਿੱਤ ਦੀ ਗੱਲ ਤਾਂ ਸਿਰਫ ਇੱਕ ਬੰਦਾ ਹੀ ਸੋਚਣ ਵਾਲਾ ਜੀ, ਤੁਸੀਂ ਖੁਦ। ਜਦੋਂ ਤੁਸੀਂ ਦੇਖਣਾ ਕਿ ਤੁਹਾਡੀ ਹਿੱਤ ਦੀ ਗੱਲ ਕੀ ਹੈ ਜਾਂ ਨਹੀਂ, ਤੁਹਾਨੂੰ ਪਤਾ ਕਿ ਸਿਚੁਏਸ਼ਨ ਕੀ ਹੈ ਜਾਂ ਨਹੀਂ, ਤੁਸੀਂ ਰਿਸਕ ਲੈਣਾ ਜਾਂ ਨਹੀਂ। I think we can sum this all up in a simple chart. ਆਹ ਤੁਸੀਂ ਦੇਖ ਲਓ ਜੋ ਮੇਰੀ analogy ਆ at the end। ਆਹ ਗੱਲ ਮੁੱਕਦੀ ਹੈ ਜੀ ਇੱਥੇ, ਆਹ ਫੋਟੋ 'ਤੇ। ਤੁਸੀਂ ਕਦੇ ਨੈਂਡੋਜ਼ ਗਏ ਹੋਗੇ, ਖਾਧਾ ਹੋਊਗਾ, ਜ਼ਰੂਰ ਖਾਧਾ ਹੋਊਗਾ ਨਿਆਣਿਆਂ ਦੇ ਨਾਲ। ਆਹ ਆ ਜੀ ਇਹਨਾਂ ਦਾ ਕੱਲ੍ਹ ਤੋਂ ਮਿਲਿਆ। 5 is extra hot, 4 is hot, 3 is medium, 2 is mild, 1 is extra mild। ਜੇ ਐਕਸਟਰਾ ਹੌਟ ਹੋ ਜਾਵੇ ਨਾ, ਖਾ ਲਿਓ ਉੱਥੋਂ ਨੈਂਡੋਜ਼ ਤੋਂ ਮੰਗਾ ਲਓ, ਸਾਰਾ ਕੁਛ ਫਟ ਜਾਂਦਾ ਜੀ, ਅਤੇ ਕਈ ਦਿਨਾਂ ਨੂੰ ਤਕਲੀਫ ਹੁੰਦੀ ਆ। ਜੇ 3 ਮੀਡੀਅਮ ਹੁੰਦਾ ਨਾ ਫਿਰ ਬੱਤੇ ਜਿਹਾ ਹੁੰਦਾ, ਪਰ ਆਪਾਂ ਰਹਿਣਾ 1 'ਤੇ ਆ ਕੇ। ਸਾਡੀ ਜੋ ਨੋਰਮਲ ਲਾਈਫ ਮੁੜ ਕੇ ਆਉਣੀ ਉਹ 1 'ਤੇ ਐਕਸਟਰਾ ਮਾਈਲਡ। ਇੱਥੇ ਤੱਕ ਜਦੋਂ ਆਏਗੀ ਗੱਲ ਫਿਰ ਬਚਾਂਗੇ। ਇੱਦਾਂ ਹੀ ਚੇਤੇ ਰੱਖੋ ਇਹਨੂੰ। ਹਲੇ ਅਸੀਂ ਹੌਟ 'ਤੇ ਹਾਂ। ਹੌਟ 'ਤੇ ਪ੍ਰੋਬਲਮ ਇਹ ਆ ਨਾ ਕਿ ਸਰ ਜਾਂਦਾ ਸਾਰਾ ਕੁਛ, ਅੰਦਰੋਂ ਵੀ ਅਤੇ ਬਾਹਰੋਂ ਵੀ। ਫਿਰ ਬੁੱਲ ਮਚਣ ਜਿਹੇ ਲੱਗ ਜਾਂਦੇ ਆ। So that was all I can fathom so far। ਬਾਕੀ ਹੁਣ 5-6 ਦਿਨਾਂ ਦਾ ਇਹਨਾਂ ਦਾ ਚੱਲਣਾ ਹੀ ਆ ਹੁਣ ਕਾਰਿਆਕਰਮ। ਹੁਣ ਇਹਨਾਂ ਦੇ ਕੁਐਸਚਨ ਟਾਈਮ ਹੋਣੇ ਆ, ਉਹ ਸਾਰੇ ਕੁਐਸਚਨ ਪੁੱਛਣੇ ਆ, ਅਤੇ ਹੋਪਫੁਲੀ ਇਹਨਾਂ ਦੀ ਹੋਰ ਗਾਈਡੈਂਸ ਨਿਕਲੂਗੀ। ਮੈਂ ਫਰਾਈਡੇ ਫਿਰ ਆਊਂਗਾ
तो तुहानू लेटेस्ट अपडेट्स दसूँगा। If you're just as confused as I am, that's fine. Listen, it's okay to be confused because it's not clear. Nothing's clear. And when nothing's clear, it's always good to play it safe. Yeah? It's always good to play it safe. It's better safe than sorry कहंदे हुंदे आ गोरे। So ਉਹ ਚੀਜ਼ ਤੁਸੀਂ ਨੋਟ ਕਰਨੀ ਹੈ। Yeah, so pay attention to the guidance. Yeah, but more importantly, don't do anything you're not comfortable with, and be safe. And there are laws out there to protect you. Research them and do that. Don't put yourself in harm's way because you're not going to get anything. You won't even get a round of applause on a Thursday. You've seen how the government's rewarded the nurses. No pay rises, no nothing for the last 10 years. Are the nurses, NHS, supposed to feed their family on your claps? They have to put themselves in harm's way because that's their job. But they don't have to die. Yeah, बाकी जो equipment नहीं सही लेके आए वगैरह ਉਹਦੇ ਉੱਤੇ भी इंक्वायरियां होनियां. So governments necessarily don't have your best interests in heart. They're not worried about you personally. So ਇਹ ਧਿਆਨ ਰੱਖਣਾ, there's only one person who's worried about you personally, that's yourself. So ਤੁਸੀਂ ਉਸ ਚੀਜ਼ ਦਾ ਨੋਟ ਕਰਿਓ ਜੀ। ਮੈਂ ਤਾਂ ਇੰਨੀ ਗੱਲ ਕਹੂੰਗਾ, ਆਪਣੀ ਜਾਨ ਆਪਣੇ ਹੱਥ 'ਚ ਹੈ ਜੀ। ਮਾੜੇ ਕਿਸੇ ਛੋਟੀ ਚੀਜ਼ ਕਰਕੇ ਹੋਰ ਨਾ ਫਿਰ ਹੱਥ ਧੋ ਕੇ ਬੈਠੇ ਹੋ। ਚਲੋ ਮੈਂ ਤੁਹਾਨੂੰ ਮਿਲੂੰਗਾ ਫਰਾਈਡੇ ਤੋਂ, ਐਂਡ ਫਰਾਈਡੇ ਨੂੰ ਮਿਲਦੇ ਹਾਂ, ਐਂਡ ਹੋਪਫੁਲੀ ਦੇਖਾਂਗੇ ਕੀ ਅਪਡੇਟਸ ਹੋਊਗੇ ਜੀ, ਕੀ ਇਹਨਾਂ ਦਾ ਨਿਕਲਦਾ ਕੀ ਨਹੀਂ। ਬਾਕੀ ਸਟੇ ਸੇਫ, ਆਪਣੇ ਘਰਾਂ 'ਚ ਸੁਰੱਖਿਅਤ ਰਹੋ ਜੀ, ਪਿਆਰ ਨਾਲ ਰਹੋ, ਮੁਹੱਬਤ ਨਾਲ ਰਹੋ, ਅਤੇ ਆਪਣੇ ਸਿਹਤ ਦਾ ਬਹੁਤ ਬਹੁਤ ਧਿਆਨ ਰੱਖੋ ਜੀ। ਬਚ ਕੇ ਹੀ, ਜਿਹੜਾ ਬਚ ਗਿਆ ਉਹੀ ਠੀਕ ਆ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।